ਨਾਨਕ ਨਿਕਟ ਬਸੈ ਬਨਵਾਰੀ, ਤਿਨ ਲਹਿਣਾ ਥਾਪ ਜੋਤ ਜਗ ਧਾਰੀ। ਲਹਿਣ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕਹੁ ਦੀਆ। ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ, ਹਰ ਕਾ ਨਾਮ ਅਖੈ ਨਿਦ ਅਪਿਓ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਂਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਕਹਾਂ ਲੱਗੈ ਇਹੋ ਕੀਟ ਬਖਾਨਾ, ਮਹਿਮਾ ਤੋਰ ਤੁਹੀ ਪ੍ਰਭ ਜਾਨੈ। ਪਿਤਾ ਜਨਮ ਜਿਮ ਪੂਤ ਨਾ ਪਾਵੈ, ਕਹਾਂ ਤਵਨ ਕਾ ਭੇਦ ਬਤਾਵੈ। ਅਮੈ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਤੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂੰ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂੰ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵੇ ਮੁਖ ਹੋਏ ਰਾਮ ਤੇ,
लगन जन्म विजोग खिन मह कौड़े होए गए जितड़े माया भोग विच ना कोई कर सकै किस थाह रोवह रोज कीता किछु न हुआए लिखिया तोर संजोग वड भागे मेरा प्रभ मिलै ता उतर है सब वियोग नानक कहो प्रभ राख ले मेरे साहिब बंदे मोच कथक हुआ साध संग बिन सह सभे सोच नानक कहो प्रभ राख ले मेरे साहिब बंदे मोच कतक हुआ साध संग बिन सह सभे सोच वाहेगुरु जी का खालसा वाहेगुरु जी के फतेह। सच्चे पातशाह दीन दुनिया दे मालिक जागदी जोत कलयुग दे तारनहार धन श्री गुरु ग्रंथ साहिब सच्चे पातशाह जी महाराज हजूर दी परम दया सदका आप जी मिले हुए सवासां नूं सतगुरु जी की संगत विच बैठ के सफलियां कर रहे हो। सच्चे पातशाह जागदी जोत धन श्री गुरु गोबिंद सिंह साहिब जी महाराज हजूर दे पवित्र स्थान तख्त सचखंड श्री हजूर श्री अबचल नगर साहिब विखे दर्शनां दा सुभाग आप नूं निरंकार ने बख्शिया है। सच्चे पातशाह दी संगत दा आप लाहा प्राप्त कर रहे हो। महाराज जी दी तुर की बाणी दी लड़ीवार कथा दा समा है। प्यार शरदा नाल सतगुरु जी का अमृत उपदेश मन एकाग्र करके सरवण करिए। साध संगत जी अज दीन दयाल सतगुरु धन गुरु अंगद देव सच्चे पातशाह जी महाराज जी का प्रकाश गुरपुरब है। सच्चे पातशाह धन गुरु अंगद साहिब जी महाराज पिता फेरू मल जी दे गृह विखे माता दया कौर जी की कुख तो सच्चे पातशाह जी महाराज जी ने जो मत्ते दी सरां है जिदा नाम नांगे दी सरां करके भी कहते है। सच्चे पातशाह जी महाराज उथे बाबा फेरू मल जी दे गृह विखे अवतार धारिया। गुरु अंगद देव दर्शन जो पुस्तक है उहदे अंदर ये जिक्र है कि गुरु नानक साहब जी महाराज जदों इत्थे चरण पाए सी ते हजूर दे माता पिता ने घर विच औलाद नहीं सी ते महाराज सच्चे पातशाह गुरु नानक साहब दे चरणां नूं परसिया। सतगुरु जी सेवा वेख के भावना वेख के प्रसन्न होए। हजूर कहंदे कोई इच्छा होवे तां सतगुरां जी दे माता पिता ने आख्या महाराज घर विच औलाद दी दात बख्शो।
ਹਜੂਰ ਨੇ ਤੇ ਸਮੇਂ ਵਰਦਾਨ ਦਿੱਤਾ ਕਿ ਸਾਡੀ ਗੁਰਿਆਈ ਦੇ ਮਾਲਕ ਇਹਨਾਂ ਦੇ ਘਰ ਵਿੱਚ ਆਉਣਗੇ। ਸਤਿਗੁਰਾਂ ਜੀ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਧਾਰਨ ਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪ ਵਾਰ ਬਖਸ਼ਿਸ਼ ਕੀਤਾ। ਤੋ ਸਾਧ ਸੰਗਤ ਜੀ, ਜੋ ਖਡੂਰ ਸਾਹਿਬ ਦੇ ਰਹਿਣ ਵਾਲੇ ਭਾਈ ਦੇਵੀ ਚੰਦ ਜੀ ਸੀਗੇ, ਉਹਨਾਂ ਦੀ ਸਪੁੱਤਰੀ ਮਾਤਾ ਖੀਵੀ ਜੀ, ਉਹਨਾਂ ਨਾਲ ਸਤਿਗੁਰਾਂ ਜੀ ਦਾ ਆਨੰਦ ਕਾਰਜ ਹੋਇਆ। ਪਹਿਲਿਆਂ ਸਮੇਂ ਵਿੱਚ ਬਲੋਚਾਂ ਦੀਆਂ ਧਾੜਾਂ ਪੈਂਦੀਆਂ ਹੁੰਦੀਆਂ ਸੀ। ਮਹਾਰਾਜ ਜੀ ਦਾ ਨਗਰ ਸਾਰਾ ਹੀ ਜਿਹੜਾ ਸੀ ਨਾ, ਬਲੋਚਾਂ ਦੀ ਧਾੜ ਨੇ ਉਜਾੜ ਦਿੱਤਾ। ਤੇ ਦੇਵੀ ਦਾਸ ਜੀ, ਜਿਨ੍ਹਾਂ ਦਾ ਨਾਮ ਦੇਵੀ ਚੰਦ ਕਰਕੇ ਵੀ ਹੈ, ਉਹ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੂੰ ਫਿਰ ਆਪਣੇ ਨਗਰ ਖਡੂਰ ਸਾਹਿਬ ਲੈ ਆਏ। ਤੇ ਮਹਾਰਾਜ ਦੇ ਸਹੁਰਾ ਸਾਹਿਬ ਦੇਵੀ ਚੰਦ ਜੀ, ਉਹ ਦੇਵੀ ਦੇ ਚਾਲੇ ਜਾਇਆ ਕਰਦੇ ਸੀ, ਨਗਰ ਨਿਵਾਸੀਆਂ ਨੂੰ ਖੜਦੇ ਸੀ। ਤੇ ਉਹਨਾਂ ਦਾ ਜਦੋਂ ਪ੍ਰਰਬਧ ਦੇ ਮੁਤਾਬਕ ਸਰੀਰ ਸ਼ਾਂਤ ਹੋ ਗਿਆ, ਫਿਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਨਗਰ ਨਿਵਾਸੀਆਂ ਨੇ ਆਖਿਆ ਕਿ ਮਹਾਰਾਜ ਤੁਹਾਡੇ ਵੱਡੇ ਸੀ ਦੇਵੀ ਚੰਦ, ਉਹ ਸਾਨੂੰ ਲੈ ਕੇ ਜਾਂਦੇ, ਹੁਣ ਤੁਸੀਂ ਮਹਾਰਾਜ ਸਾਨੂੰ ਲੈ ਕੇ ਚੱਲੋ। ਕਈਆਂ ਨੇ ਭੁਲੇਖੇ ਨਾਲ ਗੁਰੂ ਅੰਗਦ ਸਾਹਿਬ ਜੀ ਨੂੰ ਦੇਵੀ ਭਗਤ ਲਿਖ ਦਿੱਤਾ ਹੈ। ਮਹਾਰਾਜ ਜੀ ਦੇਵੀ ਦੇ ਭਗਤ ਨਹੀਂ ਹੋਏ ਸੱਚੇ ਪਾਤਸ਼ਾਹ। ਇਹ ਜ਼ਰੂਰ ਹੈ ਕਿ ਖਡੂਰ ਵਾਸੀਆਂ ਨੇ ਮਹਾਰਾਜ ਜੀ ਨੂੰ ਆਖਿਆ, ਤੇ ਸਤਿਗੁਰੂ ਜੀ ਸੁਭਾਅ ਹੀ ਮਹਾਰਾਜ ਜੀ ਦਾ ਇੰਨਾ ਨਿਰਛਲ ਹੈ। ਸਤਿਗੁਰੂ ਕਹਿੰਦੇ ਭਾਈ ਚੱਲ ਪਾਂਗੇ, ਪਰ ਮਹਾਰਾਜ ਜੀ ਨੇ ਨਾਲ ਇਹ ਗੱਲ ਕਹੀ, ਕਿਉਂਕਿ ਖਡੂਰ ਸਾਹਿਬ ਦੇ ਰਹਿਣ ਵਾਲੇ ਭਾਈ ਜੋਧ ਜੀ ਸੁਣ, ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸਿੱਖੀ ਉਹਨਾਂ ਨੂੰ ਪ੍ਰਾਪਤ ਸੀ। ਤੇ ਭਾਈ ਜੋਧ ਤੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਬੜੇ ਸ਼ਬਦ ਕੰਠ ਕੀਤੇ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ। ਤੇ ਫਿਰ ਭਾਈ ਜੋਧ ਨੂੰ ਆਖਿਆ ਕਰਨਾ ਕਿ ਜਿਨ੍ਹਾਂ ਸਤਿਗੁਰਾਂ ਦੀ ਬਾਣੀ ਇੰਨੀ ਮਿੱਠੀ ਹੈ, ਉਹਨਾਂ ਦਾ ਦਰਸ਼ਨ ਕਿਹੋ ਜਿਹਾ ਅਲੌਕਿਕ ਹੋਵੇਗਾ। ਸਾਡਾ ਉਹਨਾਂ ਦੇ ਦਰਸ਼ਨਾਂ ਦੇ ਕਰਨ ਨੂੰ ਮਨ ਲੋਚਦਾ ਹੈ। ਇਉਂ ਫਿਰ ਉਹ ਬਿਧ ਬਣ ਗਈ। ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਜੇ ਕਰਤਾਰਪੁਰ ਸਾਹਿਬ ਹੁੰਦੇ ਚਲੋ, ਤਾਂ ਫਿਰ ਅਸੀਂ ਤੁਹਾਡੇ ਨਾਲ ਚੱਲ ਪਾਂਗੇ। ਖਡੂਰ ਵਾਸੀਆਂ ਕਿਹਾ ਮਹਾਰਾਜ ਤੁਸੀਂ ਜਿੱਧਰ ਨੂੰ ਲੈ ਚੱਲੋਗੇ ਅਸੀਂ ਚੱਲ ਪਾਂਗੇ। ਤੇ ਫਿਰ ਜਿਵੇਂ ਇਤਿਹਾਸ ਆਪ ਸਰਵਣ ਕਰਦੇ ਹੋ, ਜਦੋਂ ਸਤਿਗੁਰਾਂ ਜੀ ਦੇ ਪੁਰਬ ਆਉਂਦੇ ਹੈ, ਮਹਾਰਾਜ ਜੀ ਜਦੋਂ ਆਏ ਹੈ, ਖਡੂਰ ਵਾਸੀਆਂ ਨੇ ਬਾਹਰ ਉਤਾਰਾ ਕੀਤਾ। ਆਪ ਗੁਰੂ ਅੰਗਦ ਸਾਹਿਬ ਜੀ ਦਰਸ਼ਨਾਂ ਦੀ ਲਾਲਸਾ ਲੈ ਕਰਕੇ ਜਦੋਂ ਧਰਮਸ਼ਾਲਾ, ਜਿੱਥੇ ਅੱਜ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਸਥਾਨ, ਜਦੋਂ ਆ ਰਹੇ ਹੈ, ਤੇ ਗੁਰੂ ਨਾਨਕ ਸਾਹਿਬ ਨੇ ਗੁਰਿਆਈ ਦੇ ਮਾਲਕ ਜਾਣ ਕੇ ਅੱਗੋਂ ਆਉਂਦਿਆਂ ਸਤਿਗੁਰਾਂ ਨੇ ਸਤਿਕਾਰ ਦਿੱਤਾ। ਗੁਰੂ ਅੰਗਦ ਸਾਹਿਬ ਜੀ ਪਹਿਲੋਂ ਦਰਸ਼ਨ ਨਾ ਸੀ ਕੀਤਾ, ਤੇ ਘੋੜੀ ਤੇ ਚੜ੍ਹਿਆ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਲਿਆ ਕਿ ਇੱਥੇ ਗੁਰੂ ਨਾਨਕ ਸਾਹਿਬ ਦਾ ਸਥਾਨ ਕਿੱਧਰ ਨੂੰ ਹੈ। ਤੇ ਹਜੂਰ ਆਪ ਹੀ ਦੱਸਦੇ ਆਏ, ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਪੈਦਲ ਤੁਰੇ ਆਏ ਹੈ, ਤੇ ਗੁਰੂ ਅੰਗਦ ਸਾਹਿਬ ਜੀ ਘੋੜੀ ਤੇ ਚੜ੍ਹੇ ਆਏ। ਤੇ ਜਦੋਂ ਮਹਾਰਾਜ ਧਰਮਸ਼ਾਲਾ ਦੇ ਬਾਹਰ ਪਹੁੰਚ ਗਏ, ਆਖਿਆ ਭਾਈ ਪੁਰਖਾ ਇੱਥੇ ਘੋੜੀ ਬੰਨ੍ਹ ਦਿਓ ਤੇ ਇੱਧਰ ਅੰਦਰ ਜਾ ਕੇ ਦਰਸ਼ਨ ਕਰ ਲਓ। ਆਪ ਮਹਾਰਾਜ ਛੋਟੀ ਦਰੀਚੀ ਰਾਹੀਂ ਅੰਦਰ ਪ੍ਰਵੇਸ਼ ਕਰਕੇ ਤਖਤ ਤੇ ਜਾ ਸਜੇ। ਜਦੋਂ ਗੁਰੂ ਅੰਗਦ ਸਾਹਿਬ ਅੰਦਰ ਪ੍ਰਵੇਸ਼ ਹੋ ਕੇ ਮੱਥਾ ਟੇਕਿਆ, ਤੇ ਬੜਾ ਮਨ ਤੇ ਸਮੇਂ ਹੈਰਾਨ ਹੋਇਆ ਕਿ ਗੁਰੂ ਨਾਨਕ ਸਾਹਿਬ ਤਾਂ ਉਹੋ ਹੀ ਨੇ ਜਿਨ੍ਹਾਂ ਨੂੰ ਅਸੀਂ ਰਾਹ ਪੁੱਛਿਆ ਤੇ ਸਾਨੂੰ ਪੈਦਲ ਤੁਰੇ ਆਉਂਦੇ ਹੋਏ ਰਾਹ ਦੱਸਦੇ ਆਏ ਆ। ਮਨ ਵਿੱਚ ਬੜਾ ਪਛਤਾਵਾ ਕੀਤਾ, ਬੜਾ ਮਨ ਚੂਰਿਆ ਕਿ ਮਨਾ ਗੁਰੂ ਸਾਹਿਬ ਦਾ ਦਰਸ਼ਨ ਵੀ ਕੀਤਾ ਤੇ ਸਤਿਕਾਰ ਨਾ ਤੂੰ ਕਰ ਸਕਿਓ। ਉਦੋਂ ਹੀ ਗੁਰੂ ਸਾਹਿਬ ਨੇ ਵਾਕ ਕਹੇ ਸੀ, ਭਾਈ ਪੁਰਖਾ ਤੁਸੀਂ ਆਪਣੇ ਮਨ 'ਚ ਕੀ ਝੋਰਾ ਕਰਦੇ ਹੋ। ਮਹਾਰਾਜ ਕਹਿੰਦੇ ਤੁਹਾਡਾ ਨਾਂ ਕੀ ਹੈ। ਮਹਾਰਾਜ ਮੇਰਾ ਨਾਮ ਲੈਣਾ ਹੈ। ਸਤਿਗੁਰਾਂ ਜੀ ਨੇ ਕਿਹਾ ਜਿਨ੍ਹਾਂ ਲੈਣਾ ਹੁੰਦਾ ਉਹ ਘੋੜੀਆਂ ਤੇ ਚੜ੍ਹ ਕੇ ਆਉਂਦੇ ਹੈ, ਜਿਨ੍ਹਾਂ ਦੇਣਾ ਹੁੰਦਾ ਉਹ ਤੁਰ ਕੇ ਹੀ ਆਉਂਦੇ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪ ਨੇ ਪਹਿਲਾ ਹੀ ਦਰਸ਼ਨ ਕੀਤਾ, ਉਦੋਂ ਸਤਿਗੁਰਾਂ ਜੀ ਨੇ ਬਖਸ਼ਿਸ਼ ਭਰੇ ਬਚਨ ਕਹੇ। ਫਿਰ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਸੰਗਤ ਕਰਕੇ ਬੜਾ ਡਾਢਾ ਅਸਰ ਪਿਆ। ਖਡੂਰ ਵਾਸੀਆਂ ਨੂੰ ਨਾਲ ਲੈ ਆਏ ਸੀ।
ਜਦੋਂ ਸਵੇਰੇ ਤੁਰਨ ਦਾ ਵਕਤ ਹੋਇਆ ਤੇ ਇੱਕ ਔਰਤ ਨੂੰ ਮਹਾਰਾਜ ਦੇ ਉਸ ਵਿਹੜੇ ਵਿੱਚ, ਧਰਮਸ਼ਾਲਾ ਦੇ ਵਿਹੜੇ ਵਿੱਚ ਝਾੜੂ ਮਾਰਦਿਆਂ ਵੇਖ ਕੇ ਪੁੱਛਿਆ, ਬੀਬਾ ਤੂੰ ਕੌਣ ਹੈ? ਬੜੇ ਸਰਸਬਜ਼ ਕੱਪੜੇ ਪਾਏ ਐ। ਕਿਹਾ, ਮੈਂ ਤਾਂ ਉਹ ਦੇਵੀ ਹਾਂ ਜਿਹਦੇ ਤੁਸੀਂ ਚਾਲੇ ਨੂੰ ਜਾ ਰਹੇ ਹੋ। ਅੱਛਾ ਦੇਵੀ, ਤੂੰ ਇੱਥੇ ਕੀ ਕਰਦੀ ਐ? ਗੁਰੂ ਨਾਨਕ ਸਾਹਿਬ ਦੇ ਦਰਬਾਰ 'ਚ ਝਾੜੂ ਦੇ ਕਰਕੇ ਅਸੀਂ ਵੀ ਆਪਣੇ ਪਾਪ ਲਾਉਨੇ ਆ, ਕਿਉਂਕਿ ਲੋਕ ਸਾਡੇ ਕੋਲ ਸੰਕਲਪ ਛੱਡ ਜਾਂਦੇ ਆ ਤੇ ਅਸੀਂ ਵੀ ਕਿਤੇ ਸੰਕਲਪ ਲਾਉਣੇ ਹੁੰਦੇ ਆ ਨਾ। ਇਹ ਨਿਰੰਕਾਰ ਦਾ ਦਰਬਾਰ ਹੈ, ਇਸ ਕਰਕੇ ਇੱਥੇ ਆ ਕਰਕੇ ਅਸੀਂ ਆਪਣੀਆਂ ਜਿਹੜੀਆਂ ਸੰਕਲਪ ਨੇ ਲੋਕਾਂ ਦੇ ਕੀਤੇ ਹੋਏ ਇੱਥੇ ਛੱਡ ਜਾਂਦੇ ਆ, ਇੱਥੇ ਲੈਂਦੇ ਆ ਉਹ ਸਾਡੇ ਗਲੋਂ। ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤੇ ਸਮੇਂ ਮਨ ਵਿੱਚ ਸੋਚਿਆ ਕਿ ਮਨਾ ਜਿਹੜੀ ਦੇਵੀ ਵੀ ਸਤਿਗੁਰਾਂ ਦੇ ਚਰਨਾਂ ਤੇ ਆ ਕੇ ਦਰ ਤੇ ਝਾੜੂ ਦਿੰਦੀ ਹੈ, ਹੁਣ ਉਹਦੇ ਚਾਲੇ ਤੇ ਜਾਣਾ। ਤੂੰ ਤਾਂ ਜਿੱਥੇ ਆਉਣਾ ਸੀ ਆ ਗਿਆ ਮਨਾ, ਹੁਣ ਇੱਥੋਂ ਅੱਗੇ ਹੋਰ ਆਪਾਂ ਕਿਧਰੇ ਨਹੀਂ ਜਾਣਾ। ਖਡੂਰ ਵਾਸੀਆਂ ਨੂੰ ਕਹਿ ਦਿੱਤਾ ਕਿ ਭਾਈ ਜਿੱਧਰ ਤੁਸੀਂ ਜਾਣਾ ਜਾਓ, ਅਸੀਂ ਤਾਂ ਹੁਣ ਜਿੱਥੇ ਆਉਣਾ ਸੀ ਆ ਗਏ ਆ, ਤੁਹਾਡੀ ਮਰਜ਼ੀ ਹੈ। ਦੇਵੀ ਦੇ ਚਾਲੇ ਜਾਣਾ ਚਾਲੇ ਜਾਓ, ਪਿੰਡ ਨੂੰ ਮੁੜਨਾ ਪਿੰਡ ਮੁੜ ਜਾਓ, ਤੁਹਾਡੀ ਮਰਜ਼ੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿ ਕੇ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਤਤਪਰ ਹੋਏ। ਇਹੋ ਜੀ ਸੇਵਾ ਦੀ ਘਾਲਣਾ ਘਾਲੀ। ਸਾਧ ਸੰਗਤ ਜੀ, ਭਾਵੇਂ ਸੇਵਾ ਤਾਂ ਹੋਰ ਵੀ ਸਿੱਖ ਕਰਦੇ ਹੋਣਗੇ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਿਹੜੀ ਸੇਵਾ ਨਾ, ਸਾਹਿਬ ਦਾ ਹੁਕਮ ਮੰਨਣ ਵਰਗੀ ਕੋਈ ਸੇਵਾ ਨਹੀਂ ਹੋਰ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਗਿਆ ਕਰਨੀ, ਕਿਹੜਾ ਵੀ ਕਾਰਜ ਕਰਦੇ ਆ ਉਹ ਵਿੱਚ ਹੀ ਛੱਡ ਕੇ ਫਿਰ ਮਹਾਰਾਜ ਦੀ ਆਗਿਆ ਵਿੱਚ ਉਸੇ ਕਾਰਜ ਨੂੰ ਕਰਨ ਲੱਗ ਜਾਣਾ। ਸਤਿਗੁਰਾਂ ਜੀ ਨੇ ਇੱਥੋਂ ਤੱਕ ਪਰਖਿਆ। ਸਮੇਂ ਦੀ ਬਾਬਤ ਜਦੋਂ ਪੁੱਛਿਆ ਸੀ, ਬਾਬਾ ਬੁੱਢਾ ਸਾਹਿਬ ਨੇ ਦੱਸਿਆ, ਮਹਾਰਾਜ ਅੰਮ੍ਰਿਤ ਵੇਲੇ ਦਾ ਪੱਖ ਲੱਗ ਗਿਆ। ਸ਼੍ਰੀ ਚੰਦ ਜੀ ਨੇ ਦੱਸਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਕਹਿਣ ਕਿ ਭਾਈ ਨਹੀਂ ਦੁਪਹਿਰ ਲੱਗੀ ਹੈ, ਤੋ ਜਿਹੜਾ ਹੈ ਉਹ ਸਾਰੇ ਕਹਿਣ ਨਾ ਮਹਾਰਾਜ ਰਾਤ ਵੈ ਦੁਪਹਿਰ ਨਹੀਂ ਹੈ। ਪਰ ਸਾਧ ਸੰਗਤ ਜੀ ਪੂਰੇ ਗੁਰੂ ਜੀ ਦੀ ਇਹ ਜਿਹੜੀ ਪਰਖ ਦੀ ਜਿਹੜੀ ਹੈ ਸਾਧ ਸੰਗਤ ਜੀ ਕਸਵੱਟੀ, ਇਹਦੇ ਉੱਤੇ ਮਹਾਰਾਜ ਜੀ ਨੂੰ ਤਾਰਨਾ ਚਾਹੁੰਦੇ ਆ ਨਾ, ਉਹ ਹੀ ਪੂਰਾ ਉਤਰਦਾ। ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛਿਆ, ਮਹਾਰਾਜ ਆਖਿਆ ਸਤਿਗੁਰੂ ਜੀ ਜਿੰਨਾ ਸਮਾਂ ਤੁਸਾਂ ਲੰਘਾਇਆ ਉਹਨਾਂ ਲੰਘ ਗਿਆ ਹੈ, ਜਿੰਨਾ ਰੱਖਿਆ ਉਹਨਾਂ ਅਜੇ ਪਿਆ ਹੈ। ਮਹਾਰਾਜ ਕਹਿੰਦੇ ਦੁਪਹਿਰ ਹੈ। ਹਾਂ ਸਤਿਗੁਰੂ ਜੀ ਦੁਪਹਿਰ ਲੱਗੀ ਹੈ। ਮਹਾਰਾਜ ਕਹਿੰਦੇ ਚੰਗਾ ਫਿਰ ਜਾ ਸਾਡੀਆਂ ਚਾਦਰਾਂ ਧੋ ਕੇ ਲਿਆਓ ਰਾਵੀ ਤੋਂ। ਤੇ ਜਨਮ ਸਾਖੀ ਵਿੱਚ ਲਿਖਿਆ ਕਿ ਬਾਬਾ ਸ਼੍ਰੀ ਚੰਦ ਜੀ ਉਸ ਸਮੇਂ ਹੱਸੇ ਬਹੁਤ, ਕਹਿੰਦੇ ਹੁਣ ਪਤਾ ਲੱਗੂ ਦੁਪਹਿਰ ਹੈ ਕਿ ਰਾਤ ਹੈ ਭਲਾ। ਤੇ ਕਹਿ ਤਾਂ ਦਿੱਤਾ ਹੈ। ਸਾਧ ਸੰਗਤ ਜੀ ਐਸਾ ਜ਼ਿਕਰ ਹੈ ਕਿ ਸਤਿਗੁਰੂ ਜਦੋਂ ਬਚਨ ਮੰਨ ਕੇ ਚਾਦਰਾਂ ਲੈ ਕਰਕੇ ਧਰਮਸ਼ਾਲੇ ਦਾ ਬਰੂਆ ਲੰਘਿਆ ਨਾ, ਉਸੇ ਸਮੇਂ ਲੱਗੀ ਦੁਪਹਿਰ ਪ੍ਰਤੀਤ ਹੋਈ। ਚਾਦਰਾਂ ਧੋਤੀਆਂ ਸੁਕਾਈਆਂ ਵਾਪਸ ਲੈ ਆਏ। ਜਦੋਂ ਧਰਮਸ਼ਾਲਾ 'ਚ ਪ੍ਰਵੇਸ਼ ਹੋਏ ਫਿਰ ਉਵੇਂ ਰਾਤ ਪਈ ਹੋਈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਰਨਹਾਰ ਕੋ ਕਿਛ ਅਚਰਜ ਨਾ ਹੈ। ਐਸੇ ਨਿਰੰਕਾਰ ਸਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਕੁਛ ਅਚਰਜ ਥੋੜ੍ਹਾ ਕਰਨਾ। ਇਸ ਤਰ੍ਹਾਂ ਦੀ ਮਹਾਰਾਜ ਦੀ ਆਗਿਆ ਦੀ ਪਾਲਣਾ ਕੀਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਚਿੱਕੜ ਦੀ ਭਰੀ ਪੰਡ ਆਪਦੇ ਸਿਰ ਤੇ ਚੁਕਾਤੀ, ਛਾਲਾ ਚੋਲਾ ਲਿਬੜ ਗਿਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਵੇਖ ਕੇ ਮਾਤਾ ਜੀ ਨੇ, ਮਾਤਾ ਸੁਲੱਖਣੀ ਜੀ ਨੇ ਕਿਹਾ, ਤੁਸੀਂ ਸੇਵਕ ਦਾ ਚੋਲਾ ਸਾਰਾ ਲਬੇੜ ਦਿੱਤਾ ਹੈ, ਐਡੀ ਭਾਰੀ ਪੰਡ ਚੁਕਾਈ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਇਹ ਭਾਰੀ ਪੰਡ ਚੱਕਣ ਦੇ ਇਹੀ ਸਮਰੱਥ ਨੇ, ਇਹ ਚਿੱਕੜ ਦੇ ਛਿੱਟੇ ਨਹੀਂ, ਇਹ ਸਾ ਕੇਸਰ ਦੇ ਛਿੱਟੇ ਨੇ। ਇਹ ਤੈਨੂੰ ਘਾਹ ਦੀ ਪੰਡ ਦਿਖਦੀ ਹੈ, ਇਹ ਤਾਂ ਦੀਨ ਦੁਨੀ ਦਾ ਛਤਰ ਫਿਰ ਰਿਹਾ ਇਹਨਾਂ ਦੇ ਸੀਸ ਦੇ ਉੱਪਰ। ਐਸੇ ਬਖਸ਼ਿਸ਼ ਭਰੇ ਬਚਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖੇ। ਤੇ ਉਸੇ ਘੜੀ ਮਾਤਾ ਸੁਲੱਖਣੀ ਜੀ ਨੇ ਉਹ ਪੰਡ ਨਾ ਦਿਸੀ ਤੇ ਦੀਨ ਦੁਨੀਆ ਦਾ ਛਤਰ ਹੀ ਦਿਸਿਆ। ਚਿੱਕੜ ਦੇ ਛਿੱਟੇ ਨਾ ਦਿਸੇ, ਕੇਸਰ ਦੇ ਛਿੱਟੇ ਹੀ ਦਿਸੇ। ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਸਤਿਗੁਰੂ ਤੁਹਾਡੀਆਂ ਤੁਸੀਂ ਜਾਣਦੇ ਹੋ ਕੀ ਕੌਤਕ ਵੈ। ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਮੁਰਦਾ ਖਾਣ ਤੱਕ ਪਰਖ ਕਰਕੇ ਆਪ ਜੀ ਨੂੰ ਆਪਣਾ ਸਰੂਪ ਬਖਸ਼ਿਸ਼ ਕੀਤਾ। ਗੁਰਿਆਈ ਤਖਤ ਮਹਾਰਾਜ ਜੀ ਨੇ ਸੌਂਪਿਆ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਆਪ ਇੰਨੇ ਪ੍ਰੇਮੀ ਸੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ। ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਖਡੂਰ ਸਾਹਿਬ ਆਇਆ ਕਰਦੇ, ਕਿਉਂਕਿ ਮਹਾਰਾਜ ਆਗਿਆ ਕਰਤੀ ਸੀ ਕਿ ਭਾਈ ਜਾਓ ਹੁਣ ਤੁਸੀਂ ਖਡੂਰ ਸਾਹਿਬ ਵਸੋ ਜਾ ਕਰਕੇ।
ਬਾਣੀ ਨੇ ਵੀ ਇਹ ਸ਼ਬਦ ਕਿਹਾ, ਫੇਰ ਵਸਾਇਆ ਫੇਰੋ ਆਣ ਸਤਿਗੁਰ ਖਾਡੂਰ। ਸੱਚੇ ਪਾਤਸ਼ਾਹ ਆਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਿਲਣ ਆਇਆ ਕਰਦੇ। ਸਤਿਗੁਰੂ ਜੀ ਜਦੋਂ ਗੁਰੂ ਅੰਗਦ ਸਾਹਿਬ ਤੋਰਨ ਵਾਸਤੇ ਨਾਲ ਜਾਂਦੇ ਤੇ ਮਹਾਰਾਜ ਆਪ ਕਹਿ ਕੇ ਮੋੜ ਦਿੰਦੇ। ਇੱਕ ਵਾਰੀ ਸਤਿਗੁਰਾਂ ਜੀ ਨੇ ਕਿਹਾ ਕਿ ਭਾਈ ਪੁਰਖਾ ਇੱਥੇ ਹੀ ਹੁਣ ਬਹਿ ਜਾਓ, ਤੇ ਕਹਿੰਦੇ ਆ ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ 6 ਮਹੀਨੇ ਉੱਥੇ ਬੈਠੇ ਰਹੇ ਸੀ ਮਹਾਰਾਜ ਸਮਾਧੀ ਲਾ ਕੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉੱਥੋਂ ਆ ਕਰਕੇ ਸੱਚੇ ਪਾਤਸ਼ਾਹ ਨੇ ਉਠਾਇਆ ਸੀਗਾ। ਇੰਨਾ ਮਹਾਰਾਜ ਦੇ ਪ੍ਰੇਮ ਵਿੱਚ ਮਗਨ ਰਹਿੰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਗੁਰਿਆਈ ਤਖਤ ਵੀ ਮਿਲਿਆ ਤੇ ਸਾਰੀਆਂ ਸ਼ਕਤੀਆਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਅੱਗੇ ਸੀਸ ਝੁਕਾਈ ਖਲੋਤੀਆਂ ਵੇਖੀਆਂ। ਆਖਿਆ ਮਹਾਰਾਜ ਅਸੀਂ ਇਹਨਾਂ ਸ਼ਕਤੀਆਂ ਤੋਂ ਕੀ ਕਰਾਉਣਾ ਹੈ? ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਿਆ ਭਾਈ ਪੁਰਖਾ ਇਹ ਗੁਰਤਾ ਦੀਆਂ ਦਾਸੀਆਂ ਨੇ, ਤੁਹਾਡੀ ਮਰਜ਼ੀ ਇਹਨਾਂ ਨੂੰ ਵਰਤਣਾ ਵਰਤਿਓ, ਨਹੀਂ ਵਰਤਣਾ ਨਾ ਵਰਤਿਓ, ਪਰ ਤੁਹਾਡੀ ਸੇਵਾ ਵਿੱਚ ਇਹ ਹਾਜ਼ਰ ਰਹਿਣਗੀਆਂ। ਸੱਚੇ ਪਾਤਸ਼ਾਹ ਜੀ ਦਾ ਐਸੋ ਜਿਹਾ ਵਿਚਿੱਤਰ ਜੀਵਨ। ਆਜਾ ਆਪ ਜੀ ਨੇ ਅਜਰ ਸ਼ਕਤੀ ਨੂੰ ਆਪਣੇ ਅੰਦਰ ਹੀ ਜਰ ਕੇ ਰੱਖਿਆ। ਕਦੇ ਮਹਾਰਾਜ ਕਰਾਮਾਤ ਸ਼ਕਤੀ ਨਹੀਂ ਪ੍ਰਗਟ ਕੀਤੀ। ਕੀ ਹੈ ਮੀਂਹ ਪਾਉਣਾ, ਉਹ ਤਾਂ ਸਤਿਗੁਰੂ ਦੇ ਸਿੱਖ ਪਾ ਸਕਦੇ ਹੈ। ਤਪੇ ਨੂੰ ਸੱਚੇ ਪਾਤਸ਼ਾਹ ਨੇ ਕੋਈ ਬੋਲ ਨਹੀਂ ਸੀ ਆਖਿਆ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਐਡੇ ਧੀਰਜ ਧਾਰੀ ਸਤਿਗੁਰੂ, ਸਗੋਂ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਮਨ ਵੀ ਖਫੇ ਹੋਇਆ ਹਜੂਰ ਦਾ ਨਰਾਦਰ ਵੇਖ ਕੇ। ਪਰ ਸਾਧ ਸੰਗਤ ਜੀ ਸਤਿਗੁਰੂ ਇਹੋ ਜਿਹੇ ਨਿਰਵੈਰ ਕਿ ਜਦੋਂ ਉਹ ਮੀਂਹ ਗੁਰੂ ਅਮਰਦਾਸ ਸਾਹਿਬ ਨੇ ਪਾਤਾ, ਫਿਰ ਸਤਿਗੁਰੂ ਜੀ ਨੂੰ ਖਡੂਰ ਦੇ ਜੱਟ ਲੈਣ ਵਾਸਤੇ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਨਹੀਂ ਆਖਿਆ ਕਿ ਤੁਸੀਂ ਭਾਈ ਸਾਨੂੰ ਪਹਿਲੋਂ ਤੋਰਿਆ ਕਿਉਂ ਸੀ, ਕਿਉਂਕਿ ਉਹਨਾਂ ਕਿਹਾ ਸੀ ਮਹਾਰਾਜ ਤਪਾ ਕਹਿੰਦਾ ਹੈ ਕਿ ਗ੍ਰਸਤੀ ਸਾਧੂ ਗੁਰੂ ਅੰਗਦ ਸਾਹਿਬ ਇੱਥੇ ਰਹਿੰਦੇ ਆ ਤਾਂ ਕਰੋਪੀ ਹੋ ਗਈ, ਮੀਂਹ ਨਹੀਂ ਪੈਂਦਾ, ਤੁਸੀਂ ਮਹਾਰਾਜ ਸਾਡਾ ਨਗਰ ਛੱਡ ਕੇ ਚਲੇ ਜਾਓ। ਮਹਾਰਾਜ ਕਹਿੰਦੇ ਚੰਗਾ ਭਾਈ ਸਾਡੇ ਜਾਇਆ ਭਲਾ ਹੁੰਦਾ ਤੇ ਅਸੀਂ ਚਲੇ ਜਾਂਦੇ ਹਾਂ। ਜਦੋਂ ਲੈਣ ਗਏ ਤੇ ਸਤਿਗੁਰਾਂ ਨੇ ਇਹ ਵੀ ਨਹੀਂ ਕਿਹਾ ਕਿ ਤੁਸੀਂ ਸਾਨੂੰ ਪਹਿਲੋਂ ਤੋਰਿਆ ਕਿਉਂ ਸੀ। ਮਹਾਰਾਜ ਉਸੇ ਵੇਲੇ ਸਤਿਗੁਰੂ ਜੀ ਉੱਠ ਕੇ ਚੱਲ ਪਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਸਾਧ ਸੰਗਤ ਜੀ ਗੁਰਮੁਖੀ ਲਿਪੀ ਦੇ ਨਿਯਮ ਸਤਿਗੁਰਾਂ ਜੀ ਨੇ ਬਣਾਏ। ਮਹਾਰਾਜ ਬੱਚਿਆਂ ਨੂੰ ਪੜ੍ਹਾਇਆ ਕਰਦੇ। ਮਲ ਅਖਾੜਾ ਸਤਿਗੁਰਾਂ ਜੀ ਨੇ ਅਸਥਾਨ ਰਚਿਆ ਜਿੱਥੇ ਸਤਿਗੁਰੂ ਜੀ ਕੁਸ਼ਤੀਆਂ ਕਰਾਇਆ ਕਰਦੇ। ਉੱਥੇ ਸਾਧ ਸੰਗਤ ਜੀ ਅੱਜ ਵੀ ਉਹ ਤਰਨਾ ਦਲ ਜੋ ਹੈ ਦਲ ਪੰਥ ਉਹਨਾਂ ਕੋਲ ਉਹ ਸਥਾਨ ਹੈ, ਸੇਵਾ ਸੰਭਾਲਦੇ ਹੈ ਤੇ ਉੱਥੇ ਅਖਾੜਾ ਬਣਿਆ ਹੋਇਆ। ਪਹਿਲਵਾਨ ਅੱਜ ਵੀ ਕੁਸ਼ਤੀਆਂ ਦਾ ਅਭਿਆਸ ਕਰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਖਡੂਰ ਸਾਹਿਬ ਦੇ ਅੰਦਰ ਸਤਿਗੁਰਾਂ ਜੀ ਨੇ ਇਹੋ ਜਿਹਾ ਅਦੁੱਤੀ ਦਰਬਾਰ ਸਜਾਇਆ ਜਿਸ ਦਰਬਾਰ ਦੀ ਬਾਬਤ ਸੁਬਾਣੀ ਅੰਦਰ ਜ਼ਿਕਰ ਆਉਂਦਾ ਹੈ ਕਿ ਵਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਕੁਦਰਤ ਦੀ ਸ਼ਕਤੀ ਵਰਦੀ ਹੁੰਦੀ ਸੀ। ਇਹੋ ਜਿਹੀ ਸ਼ਕਤੀ ਵਰਦੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਕੋੜੀਆਂ ਦੇ ਕੋੜ ਟੁੱਟ ਜਾਂਦੇ ਸੀਗੇ। ਇਸੇ ਕਰਕੇ ਭੱਟਾਂ ਨੇ ਸ਼ਬਦ ਕਿਹਾ ਕਿ ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਮਹਾਰਾਜ ਜਿਹੜੀ ਆਪ ਦੀ ਅੰਮ੍ਰਿਤ ਦ੍ਰਿਸ਼ਟੀ ਹੈ ਨਾ, ਇਹ ਵੱਡੇ ਵੱਡੇ ਪਾਪਾਂ ਨੂੰ ਸਾੜ ਕੇ ਦਗਧ ਕਰ ਦਿੰਦੀ ਹੈ। ਉਹਨਾਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਰੋਗੀਆਂ ਦੀਆਂ ਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਨਿਗਾਹ ਸਾਡੇ ਤੇ ਪੈ ਜਾਵੇ। ਜਿੱਥੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਨਿਗਾਹ ਪੈਂਦੀ, ਸਾਧ ਸੰਗਤ ਜੀ ਰੋਗੀਆਂ ਦੇ ਰੋਗ ਟੁੱਟਦੇ। ਲੋਕ ਮੰਜਿਆਂ ਤੇ ਪੈ ਕੇ ਆਉਂਦੇ ਤੇ ਆਪਣੇ ਪੈਰਾਂ ਤੇ ਤੁਰ ਕੇ ਜਾਂਦੇ ਸਨ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਜੇ ਹਮਾਯੂ ਬਾਦਸ਼ਾਹ ਆਇਆ ਸੀਗਾ, ਉਹਦਾ ਹੰਕਾਰ ਚਕਨਾਚੂਰ ਸਤਿਗੁਰਾਂ ਜੀ ਨੇ ਕੀਤਾ। ਨਹੀਂ ਤੇ ਸਾਧ ਸੰਗਤ ਜੀ ਵੇਖੋ, ਜਦੋਂ ਜਿਹੜਾ ਹੈ ਕੋਈ ਸ਼ਕਤੀ ਕਰਕੇ ਆਇਆ ਹੋਵੇ, ਭਾਵੇਂ ਕਿ ਉਹਨੂੰ ਜਦੋਂ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਡੀ ਵੰਸ਼ ਵਿੱਚ ਰਾਜ ਬਖਸ਼ਿਆ ਹੈ ਤੇ ਤੂੰ ਗੁਰੂ ਸਾਹਿਬ ਜੀ ਦੀ ਹੁਣ ਅੱਗੇ ਜਿਹੜੀ ਗੱਦੀ ਹੈ ਗੁਰੂ ਅੰਗਦ ਸਾਹਿਬ ਜੀ ਬਿਰਾਜਮਾਨ ਹੈ, ਤੂੰ ਉਹਨਾਂ ਨੂੰ ਪੁੱਛ ਜਾ ਕੇ ਕਿ ਮਹਾਰਾਜ ਸਾਡੀ ਵੰਸ਼ ਚੋਂ ਰਾਜ ਕਿਉਂ ਚਲੇ ਗਿਆ। ਸ਼ੇਰ ਸ਼ਾਹ ਸੂਰੀ ਨੇ ਹਰਾਇਆ ਨਾ ਉਹਨੂੰ, ਜਦੋਂ ਇਹ ਪੁੱਛਣ ਹੀ ਗਿਆ ਸੀ ਤੇ ਮਹਾਰਾਜ ਤਾਂ ਪੜ੍ਹਾ ਰਹੇ ਸੀ ਸੱਚੇ ਪਾਤਸ਼ਾਹ, ਧਿਆਨ ਨਾ ਦਿੱਤਾ। ਇਹਨੇ ਆਪਣਾ ਨਰਾਦਰ ਸਮਝਿਆ ਤੇ ਸ੍ਰੀ ਸਾਹਿਬ ਨੂੰ ਹੱਥ ਪਾ ਕੇ ਕੱਢਣ ਲੱਗਾ। ਉਹ ਹੱਥ ਸ੍ਰੀ ਸਾਹਿਬ ਦੇ ਕਬਜੇ ਤੇ ਹੀ ਜੁੜ ਗਿਆ, ਨਿਕਲੇ ਹੀ ਨਾ ਬਾਹਰ। ਮਹਾਰਾਜ ਜੀ ਨੇ ਫਿਰ ਆਖਿਆ, ਉਹ ਹਮਾਯੂ
ਜਿੱਥੇ ਸ਼ਸਤਰ ਕੱਢਣਾ ਸੀ ਉੱਥੇ ਤੇ ਕਾਇਰ ਬਣ ਕੇ ਦੌੜਿਆ, ਜਿੱਥੇ ਹੱਥ ਜੋੜਨੇ ਸੀ ਉੱਥੇ ਸ਼ਸਤਰ ਕੱਢਣ ਲੱਗਾ। ਮਹਾਰਾਜ ਦੇ ਚਰਨਾਂ ਤੇ ਢਹਿ ਕੇ ਮਾਫੀ ਮੰਗੀ। ਸਤਿਗੁਰੂ ਜੀ ਕਹਿੰਦੇ ਜੇ ਸ੍ਰੀ ਸਾਹਿਬ ਦੇ ਕਬਜ਼ੇ ਨੂੰ ਹੱਥ ਨਾ ਪਾਉਣੋ ਤਾਂ ਰਾਜ ਹੁਣੇ ਦੇ ਦੇਣਾ ਸੀ, ਪਰ ਹੁਣ ਤੂੰ ਇਹ ਅਵੱਗਿਆ ਕੀਤੀ ਹੈ, ਜਾਂ 12 ਸਾਲ ਹੁਣ ਤੂੰ ਇਵੇਂ ਰਹੇਂਗਾ, 12 ਸਾਲ ਬਾਅਦ ਤੈਨੂੰ ਰਾਜ ਮਿਲੂਗਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਕ ਕਹੇ। ਸਤਿਗੁਰਾਂ ਜੀ ਨੇ ਵੱਡਾ ਹੀ ਪਰਉਪਕਾਰ ਸਾਡੀਆਂ ਨਸਲਾਂ ਦੇ ਉੱਪਰ ਕੀਤਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਭਾਈ ਬਾਲਾ ਜੀ ਤੋਂ ਸਤਿਗੁਰਾਂ ਜੀ ਨੇ ਜਿਹੜਾ ਸੀ ਨਾ ਕਹਾ ਕਰਕੇ, ਮਹਾਰਾਜ ਸੱਚੇ ਪਾਤਸ਼ਾਹ ਨੇ ਪੈੜੇ ਮੁਖੇ ਨੂੰ ਲਿਖਾਰੀ ਲਾ ਕਰਕੇ ਹਜੂਰ ਨੇ ਕਲਮ ਬੰਦ ਕੀਤਾ। ਜੋ ਸਾਧ ਸੰਗਤ ਜੀ ਸਤਿਗੁਰਾਂ ਜੀ ਦਾ ਇਹ ਪਵਿੱਤਰ ਇਤਿਹਾਸ ਗੁਰੂ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਆਪ ਲਿਖਵਾ ਕਿਉਂ ਰਹੇ ਹੋ? ਮਹਾਰਾਜ ਕਹਿੰਦੇ ਸਿੱਖੋ, ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਜੀਵਨ ਸੁਣਨ ਨਾਲ ਤੁਹਾਡੀ ਕਲਿਆਣ ਹੋ ਰਹੀ ਹੈ ਨਾ? ਹਾਂ ਮਹਾਰਾਜ, ਸਾਨੂੰ ਬੜਾ ਸੁੱਖ ਮਿਲਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣ ਕੇ। ਮਹਾਰਾਜ ਕਹਿੰਦੇ ਤੁਹਾਡੀਆਂ ਆਉਣ ਵਾਲੀਆਂ ਕੁੱਲਾਂ ਦਾ ਭਲਾ ਕਰ ਰਹੇ ਆ। ਜਿਹੜਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣਿਆ ਕਰੇਗਾ ਉਹ ਸਿੱਖ ਜੀਵਨ ਮੁਕਤ ਹੋ ਜਾਇਆ ਕਰੇਗਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬੜੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਬਹੁਤ ਸਿੱਖਾਂ ਨੂੰ ਸਤਿਗੁਰਾਂ ਜੀ ਨੇ ਭਾਗ ਲਾਏ, ਬ੍ਰਹਮ ਗਿਆਨ ਬਖਸ਼ਿਸ਼ ਕੀਤਾ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪ ਜੀ ਨੇ ਗੁਰਿਆਈ ਤਖਤ ਬਖਸ਼ ਕੇ ਖਡੂਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾਏ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ। ਹਜੂਰ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਸਵਾਸ ਸਵਾਸ ਵਧਾਈਆਂ ਹੋਣ। ਸੱਚੇ ਪਾਤਸ਼ਾਹ ਮਹਾਰਾਜ ਆਪ ਦੀ ਸਿੱਖੀ ਬਖਸ਼ਣ, ਗਰੀਬ ਨਵਾਜ। ਸਤਿਗੁਰੂ ਇੰਨੇ ਨਿਮਰਤਾਵਾਨ। ਤੇ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਦੇ ਕੋਲ ਨਾ ਖਡੂਰ ਸਾਹਿਬ ਆ ਕੇ ਸਿੱਖਾਂ ਨੇ ਕਿਹਾ, ਮਹਾਰਾਜ ਸਾਨੂੰ ਉਪਦੇਸ਼ ਦਿਓ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਪਾਈ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਤੁਸੀਂ ਵੀ ਉਪਦੇਸ਼ ਦਿਓ। ਮਹਾਰਾਜ ਨੇ ਆਖਿਆ ਸੀ, ਇੰਨੀ ਨਿਮਰਤਾ ਵਿੱਚ ਸਤਿਗੁਰੂ ਰਹਿੰਦੇ ਕਿ ਆਖਿਆ, ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਓ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤਿੰਨ ਕਉ ਕਿਆ ਉਪਦੇਸੀਐ, ਜਿਨ ਗੁਰੂ ਨਾਨਕ ਦਿਓ। ਭਾਈ ਤੁਹਾਨੂੰ ਗੁਰੂ ਨਾਨਕ ਸਾਹਿਬ ਆਪ ਦੀ ਸਿੱਖੀ ਦਿੱਤੀ ਹੈ, ਤੁਸਾਂ ਗੁਰੂ ਨਾਨਕ ਸਾਹਿਬ ਤੋਂ ਉਪਦੇਸ਼ ਪਾਇਆ, ਤੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਉਪਦੇਸ਼ ਪਾਇਆ ਉਹਨਾਂ ਨੂੰ ਅਸੀਂ ਕੀ ਉਪਦੇਸ਼ੀਏ, ਕੀ ਉਪਦੇਸ਼ ਦਈਏ? ਇੰਨੀ ਨਿਮਰਤਾਵਾਨ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ। ਗਰੀਬ ਨਵਾਜ ਸਤਿਗੁਰੂ ਸਾਨੂੰ ਐਸੀ ਨਿਮਰਤਾ ਬਖਸ਼ਿਸ਼ ਕਰਨ, ਮਹਾਰਾਜ ਆਪ ਦੀ ਸਿੱਖੀ ਬਖਸ਼ਿਸ਼ ਕਰਨ। ਆਓ ਪਿਆਰ ਨਾਲ ਮਹਾਰਾਜ ਜੀ ਦੀ ਜੋ ਲੜੀਵਾਰ ਕਥਾ ਹੈ ਸਾਧ ਸੰਗਤ ਜੀ ਪਿਆਰ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਤਕ ਕਰਮ ਕਮਾਵਣੇ। ਸਾਧ ਸੰਗਤ ਜੀ ਇਹ ਸਰਦ ਰੁੱਤ ਦਾ ਹਜੂਰ ਹੁਣ ਦੂਸਰਾ ਮਹੀਨਾ ਜਿਹੜਾ ਨਾ ਉਹ ਕਤਕ ਦਾ ਇਹ ਮਹਾਰਾਜ ਉਚਾਰਨ ਕਰ ਰਹੇ ਹੈ। ਰੁੱਤ ਸਰਦ ਅਡੰਬਰੋ ਅੱਸੂ ਕਤਕੇ ਹਰ ਪਿਆਸ ਜੀਓ। ਇਹ ਅੱਸੂ ਦਾ ਮਹੀਨਾ ਸਰਦ ਰੁੱਤ ਦਾ ਪਹਿਲਾ ਮਹੀਨਾ ਆਪ ਜੀ ਨੇ ਕੱਲ ਸਰਵਣ ਕੀਤਾ। ਇਹ ਸਰਦ ਰੁੱਤ ਦਾ ਦੂਸਰਾ ਮਹੀਨਾ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੇ ਸ਼੍ਰੀ ਕੰਠ ਤੋਂ ਮਹਾਰਾਜ ਉਚਾਰਨ ਕਰ ਰਹੇ ਹੈ। ਬਾਣੀ ਦੇ ਉਚਾਰਨ ਕਰਨ ਦਾ ਥਾਂ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਸਾਧ ਸੰਗਤ ਜੀ ਕੱਤਕ ਦੇ ਮਹੀਨੇ ਵਿੱਚ ਮਹਾਰਾਜ ਕਰਮਾਂ ਦੀ ਗਤਾ ਗਤੀ ਸਤਿਗੁਰੂ ਜੀ ਦੱਸਣਗੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਵ ਜਿਹੜਾ ਕਿਸੇ ਨੂੰ ਭੁੱਲਿਆ ਹੋਇਆ ਦੋਸ਼ ਦਿੰਦਾ ਨਾ, ਮਹਾਰਾਜ ਕਹਿੰਦੇ ਭਾਈ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ। ਜੋ ਕੁਝ ਵੀ ਜੀਵ ਪਾਉਂਦਾ ਹੈ ਉਹ ਆਪਣੇ ਕਰਮਾਂ ਦੇ ਕੀਤਿਆਂ ਬਦਲੇ ਹੀ ਪਾਉਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਇਹ ਉਪਦੇਸ਼ ਦਿੱਤਾ ਹੈ ਕਿ ਭਾਈ ਜਿੱਥੇ ਕੋਈ ਵਿਚੋਲਗੀ ਨਹੀਂ ਕਰ ਸਕਦਾ ਉਸ ਥਾਂ ਦੀ ਬਾਬਤ ਸੋਚਣਾ ਚਾਹੀਦਾ ਕਿ ਉਥੇ ਉਸ ਸਾਚੇ ਦੀ ਬਾਣ ਮੈਂ ਪੱਲਾ ਨਾ ਪਕੜਾ ਕੋਈ ਉਥੇ ਹੋਰ ਪੱਲਾ ਨਹੀਂ ਪਕੜ ਸਕਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਮਾਂ ਦੇ ਸਾਨੂੰ
ਕਰਮਾਂ ਦੇ ਕਰਨ ਦੀ ਸਤਿਗੁਰੂ ਜੀ ਸਿੱਖਿਆ ਸਮਝਾਉਂਦੇ ਹੋਏ, ਕਿਉਂਕਿ ਜਦੋਂ ਕਰਮ ਕਰ ਲੈਂਦਾ ਨਾ ਜੀਵ, ਉਦੋਂ ਸਾਧ ਸੰਗਤ ਜੀ ਬੁਰਾ ਕਰਮ ਜਦੋਂ ਕਰ ਬੈਠਦਾ ਹੈ, ਮਹਾਰਾਜ ਜੀ ਨੇ ਇਸੇ ਕਰਕੇ ਸੁਚੇਤ ਕਰਦਿਆਂ ਕਿਹਾ ਹੈ ਕਿ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈ ਹੈ। ਜਿਸ ਕਰਕੇ ਮਹਾਰਾਜ ਕਹਿੰਦੇ ਅੰਤ ਨੂੰ ਭਾਈ ਪਛੋਤਾਵਾ ਤੁਹਾਨੂੰ ਲੱਗਾ ਰਹੇ। ਐਸਾ ਕਰਮ ਜਿਹੜਾ ਹੈ ਮੂਲੋਂ ਭੁੱਲ ਕੇ ਵੀ ਕਦੇ ਕਰਨਾ ਨਹੀਂ ਚਾਹੀਦਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਰਮਾਂ ਦੀ ਬਾਬਤ ਹਜੂਰ ਸਾਨੂੰ ਸਿੱਖਿਆ ਦਿੰਦੇ ਹੈ। ਗਰੀਬ ਨਵਾਜ ਫਰਮਾਉਂਦੇ ਹਨ, ਕਤਕ ਕਰਮ ਕਮਾਵਣੇ। ਕਤਕ ਦੇ ਮਹੀਨੇ ਦੁਆਰਾ ਹਜੂਰ ਫਰਮਾਉਂਦੇ ਹੈ ਜਿਹੜੇ ਕਰਮਾਂ ਨੂੰ ਮਹਾਰਾਜ ਕਹਿੰਦੇ ਭਾਈ ਕਮਾਉਣਾ ਕੀਤਾ ਹੈ ਪਿਛਲੇ ਜਨਮਾਂ 'ਚ, ਦੋਸ਼ ਨਾ ਕਾਹੋ ਜੋਗ। ਮਹਾਰਾਜ ਕਹਿੰਦੇ ਉਹਨਾਂ ਕਰਮਾਂ ਦੇ ਕਰਕੇ ਹੀ ਜਿਹੜੀ ਹੈ ਨਾ ਦੁੱਖ ਤੇ ਸੁੱਖ ਭੋਗਦਾ ਹੈ ਜੀਵ। ਜੇ ਦੁੱਖ ਲੱਗਦੇ ਹੈ ਤੇ ਕਹਿੰਦਾ ਹੈ ਕਿ ਉਹ ਫਲਾਣੇ ਨੇ ਦਿੱਤਾ ਮੈਨੂੰ ਦੁੱਖ, ਜਦੋਂ ਮੇਰੀ ਵਾਰੀ ਆਈ ਤੇ ਮੈਂ ਵੀ ਬਦਲਾ ਲਵਾਂਗਾ, ਇਸ ਤਰ੍ਹਾਂ ਸੋਚਦਾ। ਸਾਧ ਸੰਗਤ ਜੀ ਜਦੋਂ ਇਹ ਜੀ ਭਾਵਨਾ ਬਣੀ ਰਹਿੰਦੀ ਹੈ ਨਾ, ਫਿਰ ਪਹਿਲੇ ਪਤਾ ਨਹੀਂ ਲਾ ਕੇ ਕਰਮਾਂ ਦਾ ਹਿਸਾਬ, ਤੇ ਜਦੋਂ ਬਦਲਾ ਲੈਂਦਾ ਹੈ ਤੇ ਫਿਰ ਦੂਸਰਾ ਹੋਰ ਚੜਾ ਲੈਂਦਾ ਹੈ। ਇੱਕ ਤਾਂ ਦੁੱਖ ਸਹਿ ਕੇ ਮਸਾਂ ਲਾਇਆ ਪਿਛਲੇ ਕਰਮਾਂ ਦਾ ਹਿਸਾਬ ਜਿਹੜਾ ਸੀ, ਉਹ ਜੇ ਪਾਪ ਕਰਮ ਕੀਤੇ ਸੀ, ਕਿਸੇ ਨੂੰ ਦੁੱਖ ਦਿੱਤਾ ਸੀ ਤੇ ਉਹਦਾ ਦੁੱਖ ਫਲ ਹੀ ਲੱਗਾ ਨਾ, ਤੇ ਫਿਰ ਇਹ ਜਾਣ ਲਿਆ ਕਿ ਇਹਨੇ ਮੈਨੂੰ ਦੁੱਖ ਦਿੱਤਾ ਹੈ, ਤੇ ਫਿਰ ਆਪ ਜਦੋਂ ਮੌਕਾ ਬਣਿਆ ਉਦੋਂ ਫਿਰ ਉਹਨੂੰ ਦੁਖੀ ਕੀਤਾ, ਪਰੇਸ਼ਾਨ ਕੀਤਾ। ਤੇ ਫਿਰ ਮਹਾਰਾਜ ਕਹਿੰਦੇ ਭਾਈ ਪਿਛਲੇ ਤਾਂ ਲਾ ਲਏ ਦੁੱਖ ਸਹਿ ਕੇ, ਅੱਗੇ ਨੂੰ ਹੋਰ ਚੜਾ ਲਏ ਦੁੱਖਾਂ ਦਾ, ਫਿਰ ਕਾਰਨ ਜਿਹੜਾ ਸੀ ਉਹ ਪੈਦਾ ਕਰ ਲਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਕਤਕ ਕਰਮ ਕਮਾਵਣੇ, ਜਿਹੜੇ ਤੂੰ ਜੀਵ ਕਰਮ ਕਮਾ ਚੁੱਕਿਆ ਨਾ, ਉਹਨਾਂ ਦਾ ਹੀ ਤੈਨੂੰ ਦੁੱਖ ਤੇ ਸੁੱਖ ਫਲ ਜਿਹੜਾ ਹੈ ਨਾ ਉਹ ਪ੍ਰਾਪਤ ਹੋ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਦੋਸ਼ ਨਾ ਕਾਹੂ ਜੋਗ, ਕਿਸੇ ਨੂੰ ਦੋਸ਼ ਦੇਣਾ ਜਿਹੜਾ ਹੈ ਨਾ ਉਹ ਜੋਗ ਨਹੀਂ ਹੈ, ਠੀਕ ਨਹੀਂ ਹੈ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਕਿ ਭਾਈ ਕਿਸੇ ਦੇ ਜਿਹੜਾ ਹੈ ਨਾ ਉੱਤੇ ਦੂਸ਼ਣ ਨਹੀਂ ਆਰੋਪਣਾ ਚਾਹੀਦਾ ਕਿ ਇਹਨੇ ਮੈਨੂੰ ਜਿਹੜਾ ਹੈ ਦੁੱਖ ਦਿੱਤਾ ਹੈ। ਨਹੀਂ, ਮਹਾਰਾਜ ਕਹਿੰਦੇ ਗੁਰਮੁਖੇ ਜਾਣਦੇ ਆ ਕਿ ਮੇਰੇ ਕੀਤੇ ਹੋਏ ਕਰਮਾਂ ਦਾ ਭੁਗਤਾਨ ਹੋ ਰਿਹਾ। ਜੇ ਦੁੱਖ ਲੱਗੇ ਤਾਂ ਸਮਝਦੇ ਆ ਮੈਂ ਕੋਈ ਬੁਰਾ ਕਰਮ ਕੀਤਾ ਹੋਣਾ ਜਿਹੜਾ ਮਹਾਰਾਜ ਭੁਗਤਾ ਰਹੇ ਆ ਦੁੱਖ ਦੇ ਕੇ। ਜੇ ਸਾਧ ਸੰਗਤ ਜੀ ਸੁੱਖ ਮਿਲਦਾ ਤੇ ਸੋਚਦੇ ਆ ਮਹਾਰਾਜ ਕੋਈ ਚੰਗਾ ਕਰਮ ਕੀਤਾ ਹੈ ਤੇ ਉਹਦਾ ਸਤਿਗੁਰੂ ਜੀ ਸੁੱਖ ਫਲ ਭੁਗਤਾ ਰਹੇ ਆ। ਉਹ ਦੁੱਖਾਂ ਤੇ ਸੁੱਖਾਂ ਤੋਂ ਦੋਹਾਂ ਤੋਂ ਨਿਰਲੇਪ ਹੋਣ ਦਾ ਸਾਧ ਸੰਗਤ ਜੀ ਸ਼ਬਦ ਨਾਲ ਜੁੜ ਕੇ ਯਤਨ ਕਰਦੇ ਆ। ਜਿਹੜਾ ਕਿਸੇ ਨੂੰ ਸਾਧ ਸੰਗਤ ਜੀ ਭੈ ਦੇਣਾ, ਕਿਸੇ ਦਾ ਭੈ ਮੰਨਣਾ, ਕਿਸੇ ਨੂੰ ਦੁੱਖ ਦੇਣਾ, ਕਿਸੇ ਤੋਂ ਜਿਹੜਾ ਹੈ ਉਹ ਜਾਣਨਾ ਕਿ ਦੁੱਖ ਮੈਨੂੰ ਮਿਲ ਰਿਹਾ ਹੈ, ਇਹ ਸਭ ਅਗਿਆਨਤਾ ਦੀਆਂ ਨਿਸ਼ਾਨੀਆਂ ਹਨ। ਪਰ ਸੰਸਾਰ ਤਾਂ ਇਹਦੇ ਅੰਦਰ ਹੀ ਸਾਧ ਸੰਗਤ ਜੀ ਲੱਗਾ ਹੋਇਆ। ਸਭ ਜੀਵ ਜਿਹੜੇ ਸਤਸੰਗਤ ਤੋਂ ਭੁੱਲੇ ਹੋਏ ਆ, ਗੁਰੂ ਜੀ ਦੇ ਉਪਦੇਸ਼ ਤੋਂ ਭੁੱਲੇ ਹੋਏ ਆ, ਉਹ ਇਹਨਾਂ ਹੀ ਸਾਧ ਸੰਗਤ ਜੀ ਕਰਮਾਂ 'ਚ ਲੱਗੇ ਹੋਏ ਆ। ਇੱਕ ਦੂਸਰੇ ਨੂੰ ਜਾਣਦੇ ਆ ਕਿ ਇਹ ਮੈਨੂੰ ਦੁੱਖ ਦੇਣ ਦਾ ਕਾਰਨ ਹੈ, ਇਹ ਮੇਰੇ ਸੁੱਖ ਦੇ ਦੇਣ ਦਾ ਕਾਰਨ ਹੈ। ਇਹ ਵੀ ਸਮਝਦਾ ਹੈ ਕਿ ਸੁੱਖ ਮੈਨੂੰ ਫਲਾਣੇ ਦੇ ਦਿੱਤਾ ਮਿਲਿਆ ਹੈ। ਮਹਾਰਾਜ ਕਹਿੰਦੇ ਨਹੀਂ, ਐਸਾ ਨਹੀਂ ਹੈ। ਤੇਰੇ ਕਰਮ ਕੀਤੇ ਹੋਏ ਆ ਜਿਸ ਕਰਕੇ ਤੈਨੂੰ ਦੁੱਖ ਤੇ ਸੁੱਖ ਪ੍ਰਾਪਤ ਹੋ ਰਿਹਾ ਹੈ। ਜੇ ਤੂੰ ਚੰਗਾ ਕਰਮ ਕੀਤਾ ਹੈ ਤੇ ਉਹਦੇ ਬਦਲੇ ਤੈਨੂੰ ਸੁੱਖ ਫਲ ਮਿਲ ਰਿਹਾ ਹੈ। ਜੇ ਕੋਈ ਤੂੰ ਬੁਰਾ ਕਰਮ ਕੀਤਾ ਹੈ ਤਾਂ ਫਿਰ ਦੁੱਖ ਫਲ ਜਿਹੜਾ ਹੈ ਉਹ ਪ੍ਰਾਪਤ ਹੋ ਰਿਹਾ ਹੈ। ਇਸੇ ਪ੍ਰਕਾਰ ਹੀ ਕਤਕ ਕਰਮ ਕਮਾਵਣੇ। ਮਹਾਰਾਜ ਕਹਿੰਦੇ ਜਿਹੜਾ ਜੀਵ ਹੈ ਨਾ ਇਹ ਕਰਮਾਂ ਨੂੰ ਕਮਾਈ ਜਾ ਰਿਹਾ ਹੈ। ਕਤਕ ਦਾ ਅਰਥ ਜਿਵੇਂ ਸਾਧ ਸੰਗਤ ਜੀ ਕੱਤੀ ਦਾ ਨਾ ਸੂਤ ਆਦਿਕ, ਮਹਾਰਾਜ ਕਹਿੰਦੇ ਕਰਮਾਂ ਨੂੰ ਕੱਤੀ ਜਾ ਰਿਹਾ ਹੈ। ਅਜੇ ਵੀ ਜਿਹੜੇ ਕਰਮ ਕਰਦਾ ਨਾ ਹਉਮੈ ਦੇ ਸਹਿਤ ਹੀ ਕਰਦਾ ਹੈ। ਹਉਮੈ ਦੇ ਸਹਿਤ ਕੀਤਾ ਹੋਇਆ ਕਰਮ ਸਾਧ ਸੰਗਤ ਜੀ ਬੰਨ੍ਹ ਦਿੰਦਾ ਹੈ ਜੀਵ ਨੂੰ। ਜਿੰਨਾ ਚਿਰ ਹੰਗਤਾ ਨਹੀਂ ਮਰਦੀ ਨਾ,
ਉਹਨਾਂ ਚਿਰ ਕਰਮਾਂ ਦੀ ਫਾਹੀ ਕਿੱਥੋਂ ਲੱਥ ਸਕਦੀ ਹੈ ਫਿਰ ਗਲੋਂ। ਮਹਾਰਾਜ ਕਹਿੰਦੇ ਜੀਵ ਕੱਤਣ ਵਾਲਾ ਹੋ ਕਰਕੇ ਕਰਮਾਂ ਦੇ ਸੂਤ ਨੂੰ ਭਾਈ ਕੱਤੀ ਜਾਂਦਾ ਹੈ। ਕਰਮ ਜਿਹੜਾ ਹੈ ਉਹ ਆਪਣੇ ਆਪ ਨੂੰ ਕਰਨ ਵਾਲਾ ਸਮਝਦਾ ਹੈ। ਜਿਹੜਾ ਸਾਧ ਸੰਗਤ ਜੀ ਗੁਰੂ ਘਰ ਦਾ ਗਿਆਨ ਹੈ ਨਾ, ਕਰਮਾਂ ਦੇ ਕਰਦਿਆਂ ਹੋਇਆਂ ਵੀ ਆਪਣੇ ਆਪ ਨੂੰ ਕਰਤਾ ਨਹੀਂ ਜਾਣਦੇ ਗੁਰਸਿੱਖ। ਸੇਵਾ ਕਰਦੇ ਐ, ਪਰਉਪਕਾਰ ਕਰਦੇ ਐ, ਇੰਨਾ ਉੱਚਾ ਜੀਵਨ ਪਰਉਪਕਾਰੀ ਜੀਵਨ ਜਿਉਂਦੇ ਐ, ਪਰ ਫਿਰ ਇਹ ਸਮਝਦੇ ਐ ਕਿ ਵਾਹਿਗੁਰੂ ਨੇ ਕਿਰਪਾ ਕਰਕੇ ਇਹ ਸਾਨੂੰ ਚੁਣ ਲਿਆ ਹੈ, ਮਿਹਰ ਕੀਤੀ ਹੈ ਤੇ ਇਹਨਾਂ ਕਰਮਾਂ ਵਿੱਚ ਲਾ ਕਰਕੇ ਸਫਲ ਕਰ ਰਿਹਾ ਹੈ। ਕਰਮ ਮੈਂ ਨਹੀਂ ਕਰ ਰਿਹਾ, ਵਾਹਿਗੁਰੂ ਜੀ ਕਰਾ ਰਹੇ, ਮੈਂ ਤਾਂ ਕਠਪੁਤਲੀ ਹਾਂ। ਫਿਰ ਸਾਧ ਸੰਗਤ ਜੀ ਇਹ ਕਰਮਾਂ ਦਾ ਜਿਹੜਾ ਨਾ ਗੇੜ ਇਹ ਫਿਰ ਗਲੋਂ ਲੈ ਜਾਂਦਾ ਹੈ। ਜਿੰਨਾ ਚਿਰ ਜੀਵ ਕੱਤਣ ਵਾਲਾ ਹੋ ਕਰਕੇ ਇਹ ਕਰਮਾਂ ਦੀਆਂ ਪੂਣੀਆਂ ਕੱਤਦਾ ਰਹਿੰਦਾ ਨਾ, ਫਿਰ ਪਹਿਲੇ ਲਾਉਂਦਾ ਰਹਿੰਦਾ, ਨਵੇਂ ਚੜਾਉਂਦਾ ਰਹਿੰਦਾ ਹੈ। ਪਹਿਲੀ ਬੁਣਤੀ ਦੁੱਖ ਸਹਿ ਸਹਿ ਕੇ ਲਾਉਣੀ ਪੈਂਦੀ ਹੈ, ਅਗਲੀ ਜਿਹੜੀ ਹੈ ਨਾ ਹਉਮੈ ਮਰੀ ਨਹੀਂ ਹੁੰਦੀ, ਮੈਨੂੰ ਕਿਵੇਂ ਕਹਿ ਜਾਵੇ, ਮੈਂ ਬਦਲਾ ਲਊਂਗਾ, ਮੈਂ ਵੇਖੂੰਗਾ, ਫਿਰ ਦੁੱਖ ਦੇਣਾ ਉਸ ਨੂੰ। ਫਿਰ ਸਾਧ ਸੰਗਤ ਜੀ ਹੋਰ ਨਿਸੰਗ ਹੋ ਕੇ ਚੜਾ ਲੈਂਦਾ ਹੈ ਤੇ ਉਹ ਫਿਰ ਸਹਿਣੇ ਪੈਂਦੇ ਆ ਬਾਰ-ਬਾਰ। ਇਸੇ ਕਰਕੇ ਹੀ ਜੀਵ ਨੂੰ ਗੇੜੇ ਲਾਉਣੇ ਪੈਂਦੇ ਆ। ਜਿਵੇਂ ਉਹ ਜ਼ਿਕਰ ਆਉਂਦਾ ਮਹਾਭਾਰਤ ਦਾ ਕਿ ਧ੍ਰਿਤਰਾਸ਼ਟਰ ਨੇ ਬਿਆਸ ਜੀ ਨੂੰ ਪੁੱਛਿਆ ਕਿ ਬਿਆਸ ਜੀ ਮੈਨੂੰ ਐਡਾ ਦੁੱਖ ਲੱਗਾ ਹੈ, ਤੇ ਉਹਨੂੰ ਕਹਿੰਦੇ 100 ਜਨਮ ਦਾ ਗਿਆਨ ਸੀਗਾ, ਤੋ 103 ਜਨਮ ਦਾ ਵੀ ਜ਼ਿਕਰ ਆਉਂਦਾ ਹੈ। ਤੇ ਉਹ ਕਹਿੰਦਾ ਬਿਆਸ ਜੀ ਜਦੋਂ ਮੈਂ ਇੰਨੇ ਜਨਮਾਂ 'ਚ ਕੋਈ ਪਾਪ ਨਹੀਂ ਕੀਤਾ, ਮੈਨੂੰ ਗਿਆਨ ਹੈ, ਤੇ ਮੈਨੂੰ ਪਾਪ ਇਹ ਮੈਨੂੰ ਕਿਹੜਾ ਫਲ ਲੱਗਿਆ ਕਿ ਮੇਰੇ ਪੁੱਤਰ ਮਰ ਗਏ ਮੇਰੇ ਜੀਂਦਿਆਂ ਹੀ, ਐਡਾ ਦੁੱਖ ਮੈਨੂੰ ਸਹਿਣਾ ਪਿਆ। ਤੇ ਫਿਰ ਮੈਂ ਅੰਨਾ ਹੀ ਕਿਉਂ ਪੈਦਾ ਹੋਇਆ, ਜਨਮ ਤੋਂ ਹੀ ਕਿਉਂ ਅੰਨਾ ਪੈਦਾ ਹੋਇਆ। ਭਾਵੇਂ ਕਿ ਉਹ ਵੀ ਇਹ ਵੀ ਜ਼ਿਕਰ ਹੈ ਮਹਾਭਾਰਤ ਵਿੱਚ ਕਿ ਜਦੋਂ ਬਿਆਸ ਜੀ ਦੇ ਸਾਹਮਣੇ ਇਹਦੀ ਮਾਤਾ ਆਈ ਸੀ ਨਾ ਧ੍ਰਿਤਰਾਸ਼ਟਰ ਦੀ, ਉਹਨੇ ਅੱਖਾਂ ਬੰਦ ਕਰ ਲਈਆਂ ਸੀ। ਇਸ ਕਰਕੇ ਬਿਆਸ ਜੀ ਨੇ ਕਹਿ ਦਿੱਤਾ ਸੀ ਕਿ ਜਨਮੋਂ ਤੇ ਸਹੀ ਬੱਚਾ, ਪਰ ਜਨਮ ਤੋਂ ਹੀ ਅੰਨਾ ਹੋਊਗਾ। ਪਰ ਇਹ ਵੀ ਇਹਦਾ ਕਰਮ ਸੀਗਾ। ਬਿਆਸ ਜੀ ਤ੍ਰੈਕਾਲ ਦਰਸ਼ੀ ਸੀ, ਦੱਸ ਸਕਦੇ ਸੀ, ਪਰ ਬਿਆਸ ਜੀ ਕਹਿਣ ਲੱਗੇ ਕਿ ਮੇਰੇ ਦੱਸਿਆ ਸ਼ਾਇਦ ਇਹ ਨਿਸ਼ਚੇ 'ਚ ਨਾ ਟਿਕੇ। ਕਹਿਣ ਲੱਗੇ ਕ੍ਰਿਸ਼ਨ ਜੀ ਤੋਂ ਪੁੱਛਣਾ ਚਾਹੀਦਾ, ਉਹ ਅੰਤਰਜਾਮੀ ਹੈ, ਅਵਤਾਰੀ ਨੇ, ਨਾਲੇ ਅਵਤਾਰੀ ਪੁਰਸ਼ ਨੇ, ਉਹਨਾਂ ਨੂੰ ਪੁੱਛਣਾ ਚਾਹੀਦਾ। ਇਹ ਫਿਰ ਧ੍ਰਿਤਰਾਸ਼ਟਰ ਨੇ ਕ੍ਰਿਸ਼ਨ ਜੀ ਨੂੰ ਪੁੱਛਿਆ ਕਿ ਕ੍ਰਿਸ਼ਨ ਜੀ ਮੈਨੂੰ ਇੰਨੇ ਜਨਮਾਂ ਦਾ ਗਿਆਨ ਹੈ ਤੇ ਮੈਨੂੰ ਮਹਾਰਾਜ ਇੰਨੀ ਸਜ਼ਾ ਕਿਉਂ ਭੋਗਣੀ ਪਈ ਹੈ, ਇਹ ਤਾਂ ਅਨਿਆਂ ਹੋਇਆ ਮੇਰੇ ਨਾਲ। ਫਿਰ ਕ੍ਰਿਸ਼ਨ ਜੀ ਨੇ ਉਹਨੂੰ ਆਖਿਆ ਕਿ ਰਾਜਨ ਪਰਮੇਸ਼ਰ ਜਿਹੜਾ ਨਾ ਉਹ ਅਨਿਆਂ ਨਹੀਂ ਕਰਦਾ, ਪੂਰਾ ਨਿਆਂ ਕਰੇ ਕਰਤਾਰ। ਕਰਤਾਰ ਦੇ ਘਰ ਨਿਆਂ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਦੇ ਘਰ ਕਦੇ ਅਨਿਆਂ ਨਹੀਂ ਹੁੰਦਾ ਕਿਸੇ ਨਾਲ। ਤੇ ਕ੍ਰਿਸ਼ਨ ਜੀ ਨੇ ਇਉਂ ਜਦੋਂ ਕਿਹਾ, ਕਹਿਣ ਲੱਗਾ ਫਿਰ ਕ੍ਰਿਸ਼ਨ ਜੀ ਮੈਨੂੰ ਦੱਸੋ ਤਾਂ ਸਹੀ ਕਿ ਮੈਨੂੰ ਕਿਹੜੇ ਜਿਹੜਾ ਹੈ ਉਹ ਫਲ ਮਿਲਿਆ, ਇਹ ਕਿਹੜੇ ਦੁੱਖ ਦੇ ਕਾਰਨ ਕਰਕੇ। ਕਹਿੰਦੇ ਰਾਜਾ 111ਵੇਂ ਜਨਮ ਦਾ ਜ਼ਿਕਰ ਹੈ ਤੇ 107ਵੇਂ ਜਨਮ ਦਾ ਵੀ ਉਹਦਾ ਜ਼ਿਕਰ ਹੈ। ਕਹਿੰਦੇ ਉਹਦੇ ਵਿੱਚ ਤੇਰੀ ਨਿਗਾਹ ਜਾਂਦੀ ਹੈ। ਕਹਿੰਦਾ ਨਾ ਕ੍ਰਿਸ਼ਨ ਜੀ ਉੱਥੇ ਤਾਂ ਮੇਰੀ ਨਿਗਾਹ ਨਹੀਂ ਜਾਂਦੀ। ਕਹਿੰਦੇ ਵੇਖਿਆ ਇਹੋ ਗੱਲ ਹੈ ਨਾ ਕਿ ਜਿੱਥੇ ਤੱਕ ਤੂੰ ਸਮਝਦਾ ਇੱਥੇ ਤੱਕ ਅੰਤ ਥੋੜੋ ਹੈ। ਫਿਰ ਖਬਰੇ ਕਿੰਨੇ ਕੁ ਜਨਮ ਲੈ ਲੈ ਕੇ ਜੀਵ ਆਉਂਦਾ ਹੈ ਤੇ ਕਿੰਨੇ ਕੁ ਫਿਰ ਮਰ ਮਰ ਕੇ ਉਹਨੂੰ ਕਿੱਥੇ ਕਿੱਥੇ ਜਾਣਾ ਪੈਂਦਾ। ਜਦੋਂ ਮਾਤਾ ਦੇ ਉਦਰ ਤੋਂ ਜਨਮ ਲੈਂਦਾ ਨਾ, ਮਾਤਾ ਦੇ ਉਦਰ ਵਿੱਚ ਤਾਂ 100 ਜਨਮ ਦਾ ਗਿਆਨ ਹੁੰਦਾ ਇਹਨੂੰ ਜੀਵ ਨੂੰ, ਤੇ ਜਨਮ ਲੈਂਦੇ ਸਾਧ ਸੰਗਤ ਜੀ ਸਾਰਾ ਗਿਆਨ ਭੁੱਲ ਜਾਂਦਾ ਹੈ। ਤੇ ਇਹ ਧ੍ਰਿਤਰਾਸ਼ਟਰ ਗਿਆਨੀ ਸੀਗਾ, ਭਾਵੇਂ ਪੁੱਤਰ ਮੋਹ 'ਚ ਫਸਿਆ ਸੀ ਉਸ ਜਨਮ ਦੇ ਅੰਦਰ, ਤੇ ਇਸ ਕਰਕੇ ਅਨਿਆਂ ਕੀਤਾ ਇਸ ਨੇ। ਕ੍ਰਿਸ਼ਨ ਜੀ ਨੇ ਫਿਰ ਦੱਸਿਆ ਕਿ ਉਸ ਜਨਮ ਦੇ ਅੰਦਰ ਤੂੰ ਰਾਜਾ ਸੀਗਾ, ਤੇ ਜਿਹੜਾ ਸੀ ਤੇਰਾ ਮਾਸ ਖਾਣ ਦਾ ਸੁਭਾਅ ਹੋਣ ਕਰਕੇ ਕਿ ਇੱਕ ਵਾਰੀ ਕੀ ਹੋਇਆ ਕਿ ਬੜਾ ਜ਼ਿਆਦਾ ਮੀਂਹ ਪਿਆ, ਹਨੇਰੀ ਬੜੀ ਚੱਲੀ, ਤੇ ਜਿਹੜੇ ਸ਼ਿਕਾਰ ਕਰਨ ਵਾਲੇ ਤੇਰੇ ਮੀਰ ਸ਼ਿਕਾਰੀ ਸੀ ਨਾ, ਉਹ ਜੰਗਲ 'ਚ ਨਾ ਗਏ। ਉਹਨਾਂ ਨਾਲ ਇੱਕ ਹੰਸ ਦਾ ਬੱਚਾ, ਹੰਸਾਂ ਦਾ ਆਲਣਾ ਸੀ ਤੇਰੇ ਮਹਿਲਾਂ ਵਿੱਚ, ਉੱਥੋਂ ਚੱਕ ਕੇ ਤੇ ਮਾਰ ਕੇ ਤੈਨੂੰ ਖਵਾਤਾ। ਉਹ ਤੈਨੂੰ ਬੜਾ ਚੰਗਾ ਲੱਗਾ, ਤੂੰ ਕਿਹਾ ਕਿ ਇਹੋ ਜਿਹਾ ਹੀ ਰੋਜ਼ ਮਾਸ ਖਵਾਇਆ ਕਰੋ। ਉਹਨਾਂ ਦਾ 100 ਬੱਚਾ ਹੀ ਤਾਂ ਖਾ ਛੱਡਿਆ। ਜਦੋਂ ਉਹ ਆਏ ਮਾਨ ਸਰੋਵਰ ਤੋਂ, ਉਹਨਾਂ ਵੇਖਿਆ, ਉਹਨਾਂ ਫਿਰ ਵੇਖ ਕੇ ਸ਼ਰਾਪ ਦਿੱਤਾ ਕਿ ਇਹ ਰਾਜਨ ਤੂੰ ਬੜਾ ਨਿਰਦਈ ਹੈ, ਦੇ ਸਾਡੇ ਬੱਚਿਆਂ ਦਾ ਸਾਨੂੰ ਵਿਯੋਗ ਝੱਲਣਾ ਪਿਆ ਤੇ ਤੈਨੂੰ ਵੀ ਇਹ ਦੁੱਖ ਲੱਗੇ ਕਿ ਤੇਰੇ ਹੁੰਦਿਆਂ ਤੇਰੇ ਬੱਚੇ ਮਰਨ।
ਤੇ ਕਹਿਣ ਲੱਗੇ ਉਹ ਸ਼ਰਾਪ ਤੈਨੂੰ ਲੱਗਾ। ਕਹਿੰਦੇ ਮਹਾਰਾਜ ਫਿਰ ਮੈਂ ਅੰਨਾ ਕਿਉਂ ਪੈਦਾ ਹੋਇਆ? ਕਹਿੰਦੇ ਉਸੇ ਹੀ ਜਨਮ ਵਿੱਚ ਜਦੋਂ ਤੇਰੀ 5 ਸਾਲ ਦੀ ਉਮਰ ਸੀ ਤੂੰ ਅੱਖਾਂ ਟਿੱਡੇ ਦੀਆਂ ਸੂਲ ਮਾਰ ਕੇ ਨਾ ਫੇਂ ਦਿੱਤੀਆਂ ਸੀ, ਕੱਢ ਦਿੱਤੀਆਂ ਸੀ ਸੂਲਾਂ ਨਾਲ। ਤੂੰ ਕਹਿਣ ਲੱਗਾ ਕ੍ਰਿਸ਼ਨ ਜੀ ਇਹ ਤਾਂ ਬੜੀ ਔਖੀ ਗੱਲ ਹੈ, ਮੈਨੂੰ ਇਹ ਫਿਰ ਪਾਪ ਦੀ ਸਜ਼ਾ ਇੰਨੇ ਦੇਰ ਬਾਅਦ ਕਿਉਂ ਮਿਲੀ ਹੈ? ਕ੍ਰਿਸ਼ਨ ਜੀ ਕਹਿਣ ਲੱਗੇ ਰਾਜਾ ਤੇਰੇ ਪੁੰਨ ਬੜੇ ਸੀ, ਪੁੰਨ ਜਿਹੜੇ ਸੀ ਨਾ ਤੇਰੇ ਉਹ ਬਲੀ ਸੀਗੇ ਤੇ ਤੇਰੇ ਪਾਪ ਕਰਮਾਂ ਨੂੰ ਪਿੱਛੇ ਧਕੇਲ ਦਿੱਤਾ ਸੀ ਉਹਨਾਂ ਨੇ। ਜਿਹੜਾ ਸਾਧ ਸੰਗਤ ਜੀ ਜਿਵੇਂ ਆ ਇੱਥੇ ਭਾਰਤ ਵਿੱਚ ਜ਼ਿਆਦਾ ਹੈ, ਬਾਹਰਲਿਆਂ ਦੇਸ਼ਾਂ 'ਚ ਇਦਾਂ ਨਹੀਂ ਹੁੰਦਾ। ਉੱਦਾਂ ਇੱਥੇ ਆ ਰੇਲਵੇ ਦੀ ਟਿਕਟ ਵੀ ਲੈਣੀ ਹੋਵੇ ਤਾਂ ਮਾੜੇ ਮਾਤਰ ਨੂੰ ਤਾਂ ਉਹ ਲਾਗੇ ਨਹੀਂ ਲੱਗਣ ਦਿੰਦੇ, ਤਗੜੇ ਝਾਟੀ ਲੈ ਲੈਂਦੇ ਅੱਗੇ ਜਾ ਕੇ ਲਾਈਨ 'ਚ ਲੱਗ ਕਰਕੇ। ਇਵੇਂ ਜਿਹੜਾ ਨਾ ਪਾਪਾਂ ਦੇ ਭੋਗਣ ਦਾ ਉਹ ਉਹਨਾਂ ਦਾ ਬਲ ਨਹੀਂ ਸੀ ਪੈਂਦਾ, ਕਿਉਂਕਿ ਪੁੰਨਾਂ ਦਾ ਬਲ ਜ਼ਿਆਦਾ ਸੀ, ਉਹ ਧਕੇਲ ਦਿੰਦੇ ਸੀ ਪੁੰਨ ਪਾਪਾਂ ਨੂੰ ਪਿੱਛੇ। ਇਸ ਕਰਕੇ ਪਾਪ ਨਹੀਂ ਸੀ ਆ ਕਰਕੇ ਉਹ ਫਲ ਨਹੀਂ ਸੀ ਤੈਨੂੰ ਲੱਗਦਾ। ਤੇ ਕਹਿੰਦਾ ਕ੍ਰਿਸ਼ਨ ਜੀ ਇਹ ਹੋਣੀ ਕਿਉਂ ਲੱਗਾ ਫਿਰ ਇਸ ਜਨਮ 'ਚ? ਕਹਿੰਦੇ ਧ੍ਰਿਤਰਾਸ਼ਟਰ ਵੇਖ ਤੂੰ ਇਸ ਜਨਮ ਵਿੱਚ ਅਨਿਆਂ ਕੀਤਾ ਹੈ, ਪਾਂਡਵਾਂ ਨੂੰ ਲਾਕਸ਼ਾ ਗ੍ਰਹਿ ਦੇ ਅੰਦਰ ਤੂੰ ਸਾੜ ਕੇ ਮਾਰਨ ਦਾ ਯਤਨ ਕੀਤਾ ਸੀ ਨਾ, ਤੇ ਸ਼ਰਮਿੰਦਾ ਹੋ ਗਿਆ ਧ੍ਰਿਤਰਾਸ਼ਟਰ। ਕਹਿੰਦਾ ਵੇਖ ਕੀ ਕੀ ਪਾਪ ਤੂੰ ਕੀਤੇ ਆ। ਤੇਰੀ ਕੁਲਵਧੂ ਸੀ ਨਾ ਦ੍ਰੋਪਦੀ, ਤੇ ਕੀ ਕੀਤਾ? ਤੇ ਤੇਰੀ ਸਭਾ ਨੇ, ਤੇਰੇ ਪੁੱਤਰ ਨੇ ਕੀ ਕੀਤਾ ਸੀਗਾ? ਤੇਰੀ ਸਭਾ ਦੇ ਅੰਦਰ ਭਾਵੇਂ ਤੂੰ ਅੰਨਾ ਸੈਂ, ਤੇਰੇ ਵੱਡੇ ਬਜ਼ੁਰਗ ਉੱਥੇ ਬੈਠੇ ਹੋਏ ਸੀ ਜਿਨ੍ਹਾਂ ਨੂੰ ਤੂੰ ਭੀਸ਼ਮ ਕਹਿੰਦਾ, ਪਿਤਾਮਾ ਕਹਿ ਕੇ ਝੁਕਦਾ, ਉਹਨਾਂ ਨੇ ਵੀ ਅੱਖਾਂ ਰੋਂਦਿਆਂ ਹੋਇਆਂ ਨੀਵੀਆਂ ਕਰ ਲਈਆਂ ਸੀ। ਗੁਰੂ ਦਰੋਣਾਚਾਰੀਆ ਨੇ ਤੇ ਸਮੇਂ ਆਪਣੇ ਨੇਤਰ ਜਿਹੜੇ ਸੀ ਬੰਦ ਕਰ ਲਏ ਸੀ। ਇਹ ਭਾਰਤ ਵਰਸ਼ ਜਿੱਥੇ ਔਰਤ ਨੂੰ ਅਣਖ ਤੇ ਗੈਰਤ ਦਾ ਚਿੰਨ੍ਹ ਸਮਝਿਆ ਜਾਂਦਾ ਹੈ, ਤੇਰੀ ਧ੍ਰਿਤਰਾਸ਼ਟਰ ਉਸ ਸਭਾ ਦੇ ਅੰਦਰ ਤੇਰੀ ਕੁਲਵਧੂ ਨੂੰ ਨਗਨ ਕਰਨ ਦਾ ਯਤਨ ਕੀਤਾ ਗਿਆ। ਏਡੂ ਵੱਡਾ ਹੋਰ ਕੀ ਪਾਪ ਹੋ ਸਕਦਾ? ਕਹਿੰਦੇ ਇਸ ਜਨਮ ਵਿੱਚ ਹੀ ਤੇਰੇ ਸਾਰੇ ਉਹ ਪਾਪ ਤੈਨੂੰ ਆ ਕੇ ਲੱਗੇ, ਕਿਉਂਕਿ ਤੂੰ ਅਧਰਮੀ ਹੋ ਗਿਓ, ਪੁੱਤਰ ਮੋਹ 'ਚ ਵੱਜ ਗਿਓ, ਇਸ ਕਰਕੇ ਤੈਨੂੰ ਉਹ ਸਾਰੇ ਪਾਪ ਭੋਗਣੇ ਪਏ। ਹੁਣ ਆ ਕਰਕੇ ਤੇਰੇ ਪਾਪਾਂ ਨੇ ਤੈਨੂੰ ਫਲ ਦਿੱਤਾ ਹੈ। ਸਾਧ ਸੰਗਤ ਜੀ ਇਹ ਧ੍ਰਿਤਰਾਸ਼ਟਰ ਇੰਨਾ ਬਰਾਗੀ ਹੋਇਆ ਨਾ, ਫਿਰ ਬਦਰੀਨਾਥ ਚਲੇ ਗਿਆ ਬਿਦਰ ਜੀ ਨੂੰ ਲੈ ਕਰਕੇ। ਇਹ ਬਿਦਰ ਜੀ ਤੋਂ ਫਿਰ ਸਾਧ ਸੰਗਤ ਜੀ ਕਥਾ ਸੁਣਦਾ ਰਿਹਾ ਤੇ ਸਮਾਧੀ ਲੀਨ ਰਿਹਾ, ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰਨ ਲੱਗਾ। ਇਹ ਪ੍ਰਾਸ਼ਚਿਤ ਕਰਮ ਫਿਰ ਇਉਂ ਜ਼ਿਕਰ ਆਉਂਦਾ ਕਿ ਇਹਨੇ ਬਦਰੀਨਾਥ ਵਿੱਚ ਜਾ ਕਰਕੇ ਕੀਤਾ ਸੀਗਾ। ਇਉਂ ਸਾਧ ਸੰਗਤ ਜੀ ਜੀਵ ਕਰਮ ਤਾਂ ਕਰ ਲੈਂਦਾ ਹੈ, ਪਰ ਕਰਮਾਂ ਦੇ ਭੋਗਣ ਦੀ ਬਾਬਤ ਨਹੀਂ ਸੋਚਦਾ ਹੈ। ਜਿਹੜੇ ਸਤਪੁਰਸ਼ ਹੁੰਦੇ ਆ, ਸਤਸੰਗੀ ਹੁੰਦੇ ਆ, ਉਹ ਕਰਮ ਦੇ ਕਰਨ ਲੱਗਿਆਂ ਸਾਧ ਸੰਗਤ ਜੀ ਬਹੁਤ ਵਿਚਾਰਦੇ ਆ, ਬਹੁਤ ਸੋਚਦੇ ਆ ਕਿ ਇਹ ਕਰਮ ਜਿਹੜਾ ਹੈ ਕਿਤੇ ਕਰਨ ਦੇ ਨਾਲ ਕਿਸੇ ਦਾ ਨੁਕਸਾਨ ਤੇ ਨਹੀਂ, ਮੇਰੇ ਕਰਮ ਦੇ ਕਰਨ ਨਾਲ ਕਿਸੇ ਨੂੰ ਦੁੱਖ ਤੇ ਨਹੀਂ ਲੱਗੇਗਾ। ਇਸ ਕਰਕੇ ਸਾਧ ਸੰਗਤ ਜੀ ਉਹ ਕਿਸੇ ਨੂੰ ਦੁੱਖ ਦੇਣ ਵਾਲਾ ਕਰਮ ਨਹੀਂ ਕਰਦੇ, ਕਿਸੇ ਨੂੰ ਸਜ਼ਾ ਮਿਲੇ ਉਹ ਕਰਮ ਨਹੀਂ ਕਰਦੇ। ਪਰ ਸਾਡਾ ਸਮਾਜ ਤੇ ਇਸੇ ਤਰ੍ਹਾਂ ਦਾ, ਜੇ ਸਾਡਾ ਕੋਈ ਸਾਧ ਸੰਗਤ ਜੀ ਜੇ ਨੁਕਸਾਨ ਵੀ ਹੋ ਜੇ ਪਰ ਦੂਸਰੇ ਦਾ ਫਾਇਦਾ ਨਹੀਂ ਹੋਣਾ ਚਾਹੀਦਾ, ਇਹ ਸੋਚ ਕੇ ਕੰਮ ਕਰਦੇ ਆ। ਉਹ ਜਿਵੇਂ ਪ੍ਰਮਾਣ ਆਉਂਦਾ ਨਾ, ਉਹ ਸ਼ਿਵ ਜੀ ਦਾ ਉਪਾਸ਼ਕ ਸੀਗਾ ਤੇ ਉਹ ਸ਼ਿਵ ਜੀ ਮਹਾਰਾਜ ਖੁਸ਼ ਹੋਏ, ਕਹਿਣ ਲੱਗੇ ਦੱਸ ਭਈ ਤੂੰ ਸਾਡੀ ਬੜੀ ਭਗਤੀ ਕੀਤੀ ਹੈ, ਕੀ ਤੈਨੂੰ ਚਾਹੀਦਾ? ਕਹਿੰਦਾ ਮਹਾਰਾਜ ਮੈਨੂੰ ਵਰ ਦਿਓ ਜੋ ਮੰਗਾ ਮਿਲੇ। ਕਹਿਣ ਲੱਗੇ ਇਹ ਤਾਂ ਗੱਲ ਹੈ ਵੀ ਇਹ ਖਬਰੇ ਕੀ ਮੰਗ ਲਏ ਫਿਰ। ਤੇ ਕੁੰਡੀ ਰੱਖ ਕੇ ਸ਼ਿਵ ਜੀ ਕਹਿੰਦਾ ਵੀ ਤੈਨੂੰ ਵਰਤਾਂ ਦੇ ਦਿੰਨੇ ਆ, ਪਰ ਗੱਲ ਹੈ ਵੀ ਤੇਰੇ ਗੁਆਂਢੀ ਨੂੰ ਤੇਰੇ ਨਾਲੋਂ ਦੁੱਗਣਾ ਮਿਲੂਗਾ। ਕਹਿੰਦਾ ਠੀਕ ਮਹਾਰਾਜ ਦਓ ਵਰ। ਤੇ ਉਹ ਵਰ ਦੇਤਾ ਸ਼ਿਵ ਜੀ ਨੇ। ਤੇ ਸਾਧ ਸੰਗਤ ਜੀ ਉਹ ਜਦੋਂ ਉਸ ਨੇ ਕਿਹਾ ਕਿ ਮੇਰੇ ਕੋਲ ਇੰਨੀ ਮਾਇਆ ਹੋ ਜੇ, ਤੇ ਗੁਆਂਢੀ ਕੋਲ ਦੁੱਗਣੀ ਆ ਗਈ। ਉਹਨੇ ਕਿਹਾ ਮੇਰਾ ਇੱਕ ਮਹਿਲ ਬਣ ਜਾਵੇ, ਤੇ ਉਹ ਗੁਆਂਢੀ ਦੇ 2 ਬਣ ਗਏ। ਤੋ ਬੜਾ ਦੁਖੀ ਹੋਇਆ ਵੀ ਇਹ ਤਾਂ ਮੈਂ ਤਾਂ ਦੁੱਖ ਹੀ ਸਹੇੜ ਲਿਆ, ਸਗੋਂ ਗੁਆਂਢੀ ਤੇ ਸ਼ਰੀਕਾ ਬਣ ਕੇ ਸਗੋਂ ਸਾਹਮਣੇ ਮੇਰੇ ਨਾਲੋਂ ਵੀ ਜ਼ਿਆਦਾ ਤਗੜਾ ਹੁੰਦਾ ਜਾ ਰਿਹਾ। ਫਿਰ ਦੂਜੇ ਪਾਸੇ ਚੱਲ ਪਿਆ, ਕਹਿੰਦਾ ਮਹਾਰਾਜ ਸ਼ਿਵ ਜੀ ਮਹਾਰਾਜ ਐਂ ਕਰੋ ਮੇਰੀ ਨਾ ਇੱਕ ਅੱਖ ਕੱਢ ਦਿਓ। ਆਪੇ ਗੁਆਂਢੀ ਦੀਆਂ ਦੋਵੇਂ ਨਿਕਲਣਗੀਆਂ। ਆਪਣੇ ਆਪ ਨੂੰ ਕਾਣਾ ਹੋਣਾ ਮਨਜ਼ੂਰ ਕਰ ਲਿਆ ਵੀ ਗੁਆਂਢੀ ਅੰਨਾ ਹੋਊਗਾ ਆਪੇ। ਇਹ ਸਾਡਾ ਸਮਾਜ ਹੈ। ਅਸੀਂ ਆਪ ਦੁੱਖ ਸਹਿ ਲਈਏ ਭਾਵੇਂ, ਪਰ ਕਹਿੰਦੇ ਦੂਜਾ ਨਾ ਰੋਟੀ ਖਾਵੇ ਸੁੱਖ ਦੀ, ਉਹਨੂੰ ਨਹੀਂ ਚੈਨ ਨਾਲ ਵਸਣ ਦੇਣਾ। ਸਾਧ ਸੰਗਤ ਜੀ ਬਹੁਤਾਤ ਇਸ ਦੇਸ਼ ਵਿੱਚ ਇਸ ਤਰ੍ਹਾਂ ਕਿ
ਵੇਖਦੇ ਹੀ ਨਹੀਂ ਕਿ ਸਾਡੇ ਤੋਂ ਦੂਜਾ ਪਰੇਸ਼ਾਨ ਹੈ। ਹੋਰ ਕਿਤੇ ਦੀ ਗੱਲ ਤਾਂ ਕੀ ਹੈ, ਸੰਗਤ ਵਿੱਚ ਟੈਲੀਫੋਨ ਫੜ ਕੇ ਹੈ ਅੱਛਾ ਹੈਲੋ ਉੱਚੀ ਲਾਗੇ, ਪਤਾ ਹੀ ਨਹੀਂ ਕਿ ਦੂਸਰਾ ਕੀਰਤਨ ਸੁਣ ਰਿਹਾ, ਕੱਖ ਨਹੀਂ ਪਤਾ, ਮਤ ਹੀ ਨਹੀਂ ਕੰਮ ਕਰਦੀ ਕਿ ਮੇਰੇ ਤੋਂ ਕੋਈ ਪਰੇਸ਼ਾਨ ਤਾਂ ਨਹੀਂ, ਮੇਰੇ ਤੋਂ ਕੋਈ ਦੁਖੀ ਤਾਂ ਨਹੀਂ, ਇਹ ਸੋਚ ਹੀ ਹੈ ਨਹੀਂ ਅੰਦਰ। ਤੇ ਜੇ ਉਹੋ ਜੀ ਹਾਲਤ ਵੈ, ਮਹਾਰਾਜ ਜੀ ਦੇ ਰਹਿਤਨਾਮੇ ਸਤਿਗੁਰੂ ਜੀ ਨੇ ਕਿਹਾ ਕਿ ਹਰ ਜਸ ਮਹਿ ਜੋ ਬਾਤ ਚਲਾਵੈ ਸੋ ਤਨਖਾਹੀਆ ਬੜੋ ਕਹਾਵੈ, ਕਿੱਥੇ ਉਹਨਾਂ ਨੂੰ ਚੇਤੇ ਹੈ। ਇੱਧਰ ਅਰਦਾਸ ਹੁੰਦੀ ਹੈ, ਬਾਹਰ ਟੈਲੀਫੋਨ ਤੇ ਗੱਲਾਂ ਹੁੰਦੀਆਂ ਹਨ। ਇਹੋ ਜੀ ਸਾਧ ਸੰਗਤ ਜੀ ਹਾਲਤ ਜਿਹੜੀ ਹੈ ਨਾ, ਉਹ ਜੀਵ ਨੂੰ ਸੁਤੇ ਕਰਮ ਕਰੀ ਜਾ ਰਿਹਾ ਹੈ, ਪਤਾ ਹੀ ਨਹੀਂ ਮੈਂ ਕੀ ਕਰ ਰਿਹਾ, ਪਰ ਉਹਦਾ ਦੁੱਖ ਫਲ ਜਿਹੜਾ ਨਾ ਉਹ ਜ਼ਰੂਰ ਮਿਲਦਾ ਬੁਰੇ ਕਰਮ ਦਾ। ਇਸ ਕਰਕੇ ਕਰਮ ਇਹੋ ਜਿਹਾ ਨਹੀਂ ਕਰਨਾ ਚਾਹੀਦਾ। ਫਿਰ ਉਸਨੇ ਕਿਹਾ, ਜਦੋਂ ਕਿਹਾ ਮੇਰੀ ਇੱਕ ਅੱਖ ਮਹਾਰਾਜ ਕੱਢੋ, ਤੇ ਕਿਹਾ ਗੁਆਂਢੀ ਆਪੇ ਅੰਨਾ ਹੋ ਜਾਏਗਾ। ਫਿਰ ਕਹਿੰਦਾ ਮਹਾਰਾਜ ਇੱਕ ਹੋਰ ਕੰਮ ਕਰ ਦਿਓ। ਕਹਿੰਦੇ ਕੀ? ਕਹਿੰਦਾ ਮਹਾਰਾਜ ਮੇਰੇ ਨਾ ਘਰ ਦੇ ਬੂਹੇ ਅੱਗੇ ਇੱਕ ਖੂਹ ਪੁੱਟ ਦਿਓ, ਆਪੇ ਗੁਆਂਢੀ ਦੇ ਦੋ ਪੁੱਟੇ ਜਾਣਗੇ, ਤੇ ਆਪ ਤਾਂ ਕਾਣਾ ਸੀ ਵੱਜੂਗਾ ਵੇਖ ਕੇ ਇੱਕ ਅੱਖੋਂ। ਕਹਿੰਦਾ ਗੁਆਂਢੀ ਤਾਂ ਪੈ ਕੇ ਖੂਹ ਚ ਮਰੂਗਾ ਨਾ ਆਪੇ। ਬੁਰੇ ਪਾਸੇ ਨੂੰ, ਪੁੱਠੇ ਪਾਸੇ ਨੂੰ ਚੱਲ ਪਿਆ। ਇਹ ਦਿਮਾਗ ਐਵੇਂ ਸਾਧ ਸੰਗਤ ਜੀ ਜੀਵ ਦਾ ਨਾ ਦੂਜੇ ਨੂੰ ਦੁੱਖ ਦੇਣ ਵਾਲੇ ਪਾਸੇ ਚੱਲਦਾ ਰਹਿੰਦਾ ਕਿ ਇਹਨੂੰ ਕਿਵੇਂ ਮੈਂ ਦੁਖੀ ਕਰਾਂ। ਤੇ ਫਿਰ ਜਿਹੜਾ ਕਿਸੇ ਨੂੰ ਦੁੱਖ ਦਿੰਦਾ ਹੈ, ਕਦੇ ਆਪ ਸੁਖੀ ਵੱਜ ਸਕਦਾ, ਉਹਨੂੰ ਕਦੇ ਵੀ ਸੁੱਖ ਨਹੀਂ ਮਿਲਦਾ ਜਿਹੜਾ ਸਾਧ ਸੰਗਤ ਜੀ ਦੂਸਰੇ ਨੂੰ ਦੁਖੀ ਕਰਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਇਸੇ ਕਰਕੇ ਕਹਿੰਦੇ ਆ ਕਿ ਭਾਈ ਕਰਮ ਜਿਹੜਾ ਨਾ ਉਹ ਬੁਰਾ ਨਹੀਂ ਕਰਨਾ ਚਾਹੀਦਾ। ਜੇ ਬੁਰਾ ਕਰਮ ਕਰੋਗੇ, ਸੁਤੇ ਵੀ ਜੇ ਕਰਮ ਹੋਵੇ, ਤੇ ਸਾਧ ਸੰਗਤ ਜੀ ਕਿੰਨੀਆਂ ਸਾਖੀਆਂ ਨੇ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਅੰਦਰ। ਕੋਈ ਲਾਂਗਰੀ ਸਿੱਖ ਸੀਗਾ, ਉਸਨੇ ਸਿੱਖ ਨੂੰ ਬੁਰਾ ਸ਼ਬਦ ਬੋਲਿਆ, ਉਹਦੇ ਬੋਲਣੇ ਕਰਕੇ ਭਾਵਨਾ ਵਾਲੇ ਸਿੱਖ ਨੇ ਅੱਗੋਂ ਬਚਨ ਕਿਹਾ, ਸਾਖੀ ਲੰਮੀ ਹੈ, ਉਹਨੂੰ ਸਾਧ ਸੰਗਤ ਜੀ ਮਰ ਕੇ ਰਿਛ ਬਣਨਾ ਪਿਆ ਸੀਗਾ। ਉਹਨੂੰ ਕਿਹਾ ਨਾ ਕਿ ਰਿਛੰਗੂ ਉੱਤੇ ਕੀ ਚੜੀ ਆਉਣਾ, ਤੇ ਉਹ ਕਹਿੰਦਾ ਰਿਛ ਤੂੰ ਬਣ, ਮੈਂ ਕਿਉਂ ਬਣਾ। ਥੱਲੋਂ ਚੱਕ ਕੇ ਕਿਣਕਾ ਪ੍ਰਸ਼ਾਦ ਦਾ ਉਹਨੇ ਛਕ ਲਿਆ ਸੀ। ਜਦੋਂ ਉਹ ਰਿਛ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਮਦਾਰੀ ਨੇ ਨਚਾਇਆ ਨਾ, ਤੇ ਉਹ ਜਿਹੜਾ ਸਿੱਖ ਸੀਗਾ ਉਹਦਾ ਪੁੱਤਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚੌਰ ਕਰ ਰਿਹਾ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਮਦਾਰੀ ਰਿਛ ਨਚਾ ਰਿਹਾ। ਉਹਨੇ ਸਤਿਗੁਰੂ ਜੀ ਨੂੰ ਕਿਹਾ, ਬੜਾ ਖੁਸ਼ ਹੋਇਆ ਨਾਚ ਵੇਖ ਕੇ, ਸਾਰੇ ਖੁਸ਼ ਹੋਏ। ਕਹਿੰਦਾ ਮਹਾਰਾਜ ਰਿਛ ਬੜਾ ਸੋਹਣਾ ਨੱਚਦਾ। ਸਤਿਗੁਰੂ ਜੀ ਚੁੱਪ ਰਹੇ। ਉਹ ਫਿਰ ਕਹੇ ਮਹਾਰਾਜ ਵੇਖੋ ਨਾਚ ਬੜਾ ਸੋਹਣਾ ਕਰਦਾ। ਸਤਿਗੁਰੂ ਜੀ ਨੂੰ ਜਦੋਂ ਦੂਸਰੀ ਵਾਰੀ ਵੀ ਕਿਹਾ, ਤੇ ਮਹਾਰਾਜ ਕਹਿੰਦੇ ਤੈਨੂੰ ਪਤਾ ਕੌਣ ਹੈ? ਨਹੀਂ ਮਹਾਰਾਜ ਮੈਨੂੰ ਨਹੀਂ ਪਤਾ। ਸਤਿਗੁਰੂ ਕਹਿੰਦੇ ਤੇਰਾ ਪਿਤਾ ਹੈ। ਬੜਾ ਤੇ ਸਮੇਂ ਉਹ ਰਿਛ ਦੀ ਜੂਨ ਚ ਸਾਹਮਣੇ ਨਾਚ ਕਰ ਰਿਹਾ। ਮਹਾਰਾਜ ਕਹਿੰਦੇ ਤੇਰਾ ਪਿਤਾ ਹੈ। ਉਹਨੇ ਫਿਰ ਬੜਾ ਮਨ ਚ ਰੋਸ ਆਇਆ। ਕਹਿੰਦਾ ਮਹਾਰਾਜ ਮੇਰਾ ਪਿਤਾ ਤਾਂ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਲੰਗਰ ਚ ਸੇਵਾ ਕੀਤੀ ਉਸਨੇ ਮਹਾਰਾਜ, ਤੇ ਜੇ ਤੁਹਾਡੀ ਸੇਵਾ ਕਰਕੇ ਮੇਰਾ ਪਿਤਾ ਰਿਛ ਬਣਿਆ, ਤੇ ਮਹਾਰਾਜ ਮੈਨੂੰ ਕੋਈ ਬਾਂਦਰ ਆਦਿਕ ਬਣਨਾ ਚਾਹੀਦਾ, ਫਿਰ ਮੈਂ ਵੀ ਤੁਹਾਡੀ ਸੇਵਾ ਕਰਦਾ ਨਾ। ਮਹਾਰਾਜ ਕਹਿੰਦੇ ਰੋਸ ਕਿਉਂ ਕਰਦਾ, ਗੱਲ ਪਤਾ ਤੈਨੂੰ ਕੀ ਹੈ, ਤੇਰਾ ਪਿਓ ਕਿਉਂ ਬਣਿਆ ਰਿਛ? ਉਹ ਫਿਰ ਸਤਿਗੁਰਾਂ ਸਾਰਾ ਕਾਰਨ ਦੱਸਿਆ ਸੀ ਕਿ ਇਹਨੇ ਸ਼ਰਧਾਵਾਨ ਸਿੱਖ ਦਾ ਦਿਲ ਦੁਖਾਇਆ ਸੀ। ਮਹਾਰਾਜ ਕਹਿੰਦੇ ਉਸ ਭਾਵਨਾ ਵਾਲੇ ਸਿੱਖ ਦੀ ਰਸਨਾ ਤੇ ਅਸੀਂ ਵਸਦੇ ਸਾਂ। ਉਹਨ ਕਹਿਤਾ ਫਿਰ ਕਿ ਰਿਛ ਤੂੰ ਬਣ ਖਾਂ, ਤੇ ਮੈਂ ਕਿਉਂ ਬਣਾ? ਇਹ ਸਾਧ ਸੰਗਤ ਜੀ ਮਹਾਰਾਜ ਜਦੋਂ ਆਖਿਆ, ਫਿਰ ਉਸ ਆਖਿਆ ਮਹਾਰਾਜ ਮੇਰਾ ਅਕਸਰ ਪਿਓ ਹੈ, ਕਲਿਆਣ ਕਰੋ ਇਹਦੀ। ਮਹਾਰਾਜ ਜੀ ਨੇ ਫਿਰ ਕਿਹਾ ਕਿ ਭਾਈ ਇਹ ਰਿਛ ਖਰੀਦ ਲਓ ਇਹਦੇ ਕੋਲੋਂ। ਉਹ ਸਾਖੀ ਹੈ। ਤੇ ਜਦੋਂ ਖਰੀਦਣ ਲੱਗੇ, ਤੇ ਮਹਾਰਾਜ ਨੂੰ ਕਹਿੰਦਾ ਉਹ ਰਿਛ ਦਾ ਮਦਾਰੀ ਕਹਿੰਦਾ ਮੇਰਾ ਇਹ ਰਿਛ ਤਾਂ ਮਹਾਰਾਜ ਬੜਾ ਮਹਿੰਗਾ ਹੈ। ਸਤਿਗੁਰੂ ਕਹਿੰਦੇ ਦੱਸ ਤੂੰ ਜਿੰਨੇ ਚਾਹੀਦੇ ਆ। ਕਹਿੰਦਾ ਮੈਂ ਤਾਂ 200 ਲਾਉਂਗਾ। ਮਹਾਰਾਜ ਕਹਿੰਦੇ ਦਿਓ ਭਾਈ ਇਹਨੂੰ 200 ਰੁਪਈਆ। ਤੇ ਜਦੋਂ ਉਹਨੇ ਵੇਖਿਆ ਤਾਂ ਸਹਿਜ ਹੀ ਦੇ ਦੇਣ ਲੱਗੇ। ਕਹਿੰਦਾ ਨਾ ਨਾ ਮਹਾਰਾਜ ਇਹ ਤਾਂ 400 ਦਾ ਹੈ। ਮਹਾਰਾਜ ਕਹਿੰਦੇ ਵੀ ਲਓ 400 ਦਿਓ। ਉਹ ਉੱਥੇ ਨਾ ਖਲੋਤਾ, ਕਹਿੰਦਾ ਨਹੀਂ 600 ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 600 ਦੇ ਦਿਓ। ਕਹਿੰਦਾ ਨਹੀਂ ਨਹੀਂ 800 ਦਾ ਹੈ। ਮਹਾਰਾਜ ਕਹਿੰਦੇ ਖੋਲੋ ਇਹਦੇ ਕੋਲ ਹੁਣ। ਉਹ ਫਿਰ ਖਲੋਤਾ ਹੀ ਨਾ, ਲਾਲਚ ਕਿਤੇ ਟਿਕਦਾ ਹੀ ਨਹੀਂ। ਤੇ ਉਹ ਫਿਰ ਮਹਾਰਾਜ ਜੀ ਨੇ ਆਪ ਦਾ ਕੜਾਹ ਪ੍ਰਸ਼ਾਦ ਸਤਿਗੁਰਾਂ ਕਰਾ ਕੇ ਨਾ ਸੀਤ ਪ੍ਰਸਾਦ ਮਹਾਰਾਜ ਉਸ ਰਿਛ ਨੂੰ ਦਿੱਤਾ, ਤੇ ਉਹਦੀ ਸਾਧ ਸੰਗਤ ਦੀ ਜੂਨ ਛੁੱਟ ਗਈ। ਮਹਾਰਾਜ ਨੇ ਫਿਰ ਉਸ ਨੂੰ ਸਦਗਦੀ ਦਿੱਤੀ। ਮਹਾਰਾਜ ਕਹਿੰਦੇ ਸੇਵਾ ਦਾ ਕਰਮ ਸੀਗਾ ਨਾਲ, ਤਾਂ ਕਰਕੇ ਸਾਡੀ ਸ਼ਰਨ ਵਿੱਚ ਲੈ ਕੇ ਮਦਾਰੀ ਆ ਗਿਆ। ਤੁਸੀਂ ਵੇਖੋ ਸਾਧ ਸੰਗਤ ਜੀ
ਆਪਾਂ ਜਦੋਂ ਵਿਚਰਦੇ ਆ ਸੁਤੇ ਕਰਮ ਹੁੰਦੇ ਸਾਡੇ ਸਾਹਮਣੇ, ਪੂਰੇ ਗੁਰੂ ਜੀ ਦੀ ਸ਼ਰਨ ਵਿੱਚ ਕੋਈ ਸੁਤੇ ਕੁਛ ਵੀ ਨਹੀਂ ਹੋ ਰਿਹਾ, ਸਭ ਕੁਝ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਲੈਣ ਆ ਰਹੇ। ਜੇ ਮਦਾਰੀ ਉਹ ਰਿਛ ਨੂੰ ਨਚਾਉਂਦਾ ਆ ਰਿਹਾ ਤੇ ਵੇਖਣ ਵਾਲਿਆਂ ਸਿੱਖਾਂ ਨੂੰ ਤਾਂ ਪ੍ਰਤੀਤ ਹੋ ਰਿਹਾ ਸੀ ਕਿ ਆਮ ਮਦਾਰੀ ਆ ਰਿਛ ਨੂੰ ਨਚਾਉਂਦਾ ਆਇਆ ਮਹਾਰਾਜ ਦੇ ਦਰਬਾਰ 'ਚ ਵੀ ਆਪਣੀ ਕਲਾ ਦਿਖਾਉਣੀ ਚਾਹੁੰਦਾ ਹੈ, ਪਰ ਨਹੀਂ, ਉਹ ਤਾਂ ਸਾਧ ਸੰਗਤ ਜੀ ਰਿਛ ਹੀ ਖਿੱਚਿਆ ਚਲਿਆ ਆ ਰਿਹਾ ਸੀ ਕਿ ਮੇਰੀ ਮੁਕਤੀ ਦਾ ਵਕਤ ਆ ਗਿਆ। ਸੇਵਾ ਕੀਤੀ ਸੀ, ਉਹ ਸੇਵਾ ਦਾ ਫਲ ਦਿੱਤਾ ਸੱਚੇ ਪਾਤਸ਼ਾਹ ਨੇ, ਉਸ ਨੂੰ ਰਿਛ ਦੀ ਦੇਹ ਤੋਂ ਛੁਡਾ ਕੇ ਮਹਾਰਾਜ ਆਪ ਦੇ ਲੋਕ ਦਾ ਵਾਸ ਦਿੱਤਾ। ਕਰਮ ਕੀਤਾ ਸੀ ਬੁਰਾ ਤੇ ਉਹ ਵੀ ਭੁਗਤਣਾ ਪਿਆ, ਰਿਛ ਬਣ ਕਰਕੇ ਕਿੰਨਾ ਦੁਖੀ ਹੋਇਆ ਭੋਗਦਾ ਹੋਵੇਗਾ। ਸਾਧ ਸੰਗਤ ਜੀ, ਇਸ ਕਰਕੇ ਮਹਾਰਾਜ ਕਹਿੰਦੇ ਸਿੱਖੋ, ਕਰਮ ਦੇ ਕਰਨ ਲੱਗਿਆਂ ਬਹੁਤ ਵਿਚਾਰ ਕਰਨੀ ਚਾਹੀਦੀ ਹੈ। ਸਿੱਖ ਦੀ ਇਹ ਭਾਵਨਾ ਦੋਵੇਂ ਹੱਥ ਜੋੜ ਮਹਾਰਾਜ ਕੋਲ ਅਰਦਾਸ ਕਰਦਾ ਰਹੇ, ਮਹਾਰਾਜ ਮੈਥੋਂ ਕਦੇ ਬੁਰਾ ਕਰਮ ਨਾ ਹੋਵੇ, ਸੱਚੇ ਪਾਤਸ਼ਾਹ ਇਹੋ ਜਿਹਾ ਕਰਮ ਨਾ ਹੋਵੇ ਜਿਹਦੇ ਕਰਕੇ ਕਿਸੇ ਦਾ ਦਿਲ ਦੁਖੇ, ਮਹਾਰਾਜ ਕਿਸੇ ਦਾ ਨੁਕਸਾਨ ਹੋਵੇ। ਇਸੇ ਕਰਕੇ ਮਹਾਰਾਜ ਦੇ ਸਿੱਖ ਪਰਉਪਕਾਰੀ ਹੁੰਦੇ, ਆਪ ਦਾ ਨੁਕਸਾਨ ਕਰਕੇ ਵੀ ਕਿਸੇ ਦਾ ਫਾਇਦਾ ਕਰਦੇ ਆ, ਭਲਾ ਕਰਦੇ ਆ, ਸੇਵਾ ਦਾ ਕਰਮ ਕਰਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਕੱਤਕ ਦੇ ਮਹੀਨੇ ਦੁਆਰਾ ਮਹਾਰਾਜ ਫਰਮਾਉਂਦੇ ਆ ਕਿ ਜੀਵ ਜਿਹੜਾ ਭਾਈ ਕੱਤਣ ਵਾਲਾ ਹੋ ਕਰਕੇ ਇਹ ਕਰਮਾਂ ਦੇ ਸੂਤ ਨੂੰ ਮਹਾਰਾਜ ਕਹਿੰਦੇ ਭਾਈ ਕੱਤਦਾ ਹੈ। ਦੋਸ਼ ਨਾ ਕਾਹੂ ਜੋਗ, ਕੀਤੇ ਹੋਏ ਕਰਮਾਂ ਦਾ ਮਹਾਰਾਜ ਕਹਿੰਦੇ ਭਾਈ ਚੰਗੇ ਕਰਮਾਂ ਦਾ ਸੁਖ ਫਲ ਤੇ ਬੁਰੇ ਪਾਪਾਂ ਕਰਮਾਂ ਦਾ ਦੁੱਖ ਫਲ ਮਿਲਦਾ ਹੈ। ਕਿਸੇ ਨੂੰ ਵੀ ਹੋਰ ਦੋਸ਼ ਦੇਣਾ ਮਹਾਰਾਜ ਕਹਿੰਦੇ ਯੋਗ ਨਹੀਂ ਹੈ। ਸ਼ੇਰ ਬਿਰਤੀ ਸਿੱਖ ਨੂੰ ਰੱਖਣੀ ਚਾਹੀਦੀ ਹੈ। ਕੂਕਰ ਬਿਰਤੀ ਹੁੰਦੀ ਸਾਧ ਸੰਗਤ ਜੀ, ਕੁੱਤਾ ਸੋਟੀ ਨੂੰ ਮੂੰਹ ਵਿੱਚ ਪਾਉਂਦਾ ਹੈ, ਮਾਰਨ ਵਾਲੇ ਵੱਲ ਨਹੀਂ ਵੇਖਦਾ, ਪਰ ਸ਼ੇਰ ਜਿਹੜਾ ਨਾ ਉਹ ਮਾਰਨ ਵਾਲੇ ਵੱਲ ਵੇਖਦਾ, ਸੋਟੇ ਵੱਲ ਨਹੀਂ ਵੇਖਦਾ। ਸਿੱਖ ਜਿਹੜਾ ਹੈ ਉਹ ਸ਼ੇਰ ਬਿਰਤੀ ਰੱਖਦਾ ਹੈ, ਮਹਾਰਾਜ ਸਾਹਿਬ ਜੀ ਦੇ ਉੱਪਰ ਹੀ ਭਰੋਸਾ ਰੱਖਦਾ ਹੈ ਕਿ ਦੁੱਖ ਮਿਲੇ ਹੋਏ ਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿ ਇਹਨੇ ਦੁੱਖ ਦਿੱਤਾ ਹੈ। ਇਸੇ ਕਰਕੇ ਕੋਈ ਸਾਹਮਣੇ ਦੁੱਖ ਵੀ ਦੇਵੇ ਨਾ, ਕੋਈ ਸਾਧ ਸੰਗਤ ਜੀ ਕੌੜਾ ਵੀ ਬੋਲੇ ਤੇ ਤਾਂ ਵੀ ਗੁਰੂ ਕਾ ਸਿੱਖ ਅੱਗੋਂ ਹੱਥ ਛੱਡਦੇ ਆ ਕਿ ਕੋਈ ਨਹੀਂ, ਇਹ ਨਹੀਂ ਕਰ ਰਿਹਾ, ਮੇਰਾ ਵਾਹਿਗੁਰੂ ਸਭ ਕੁਝ ਕਰਾ ਰਿਹਾ। ਮਹਾਰਾਜ ਸਾਹਿਬ ਜੀ ਵੇਖਦੇ ਕਈ ਵਾਰੀ ਕਿ ਵਾਕਿਆ ਹੀ ਨਿਮਰਤਾ ਕਹਿੰਦਾ ਤਾਂ ਬੜਾ, ਪਰ ਟਿਕਿਆ ਹੈ ਨਿਮਰਤਾ ਦੇ ਅੰਦਰ। ਕਦੇ ਮਹਾਰਾਜ ਪਰਖ ਵੀ ਲੈਂਦੇ ਆ ਨਾ, ਵੇਖ ਵੀ ਲੈਂਦੇ ਆ। ਸਿੱਖ ਮਹਾਰਾਜ ਦੇ ਉੱਤੇ ਹੀ ਆਪਦੀ ਨਿਖਾ ਰੱਖਦੇ ਆ, ਸ਼ੇਰ ਬਿਰਤੀ ਰੱਖਦੇ ਆ ਕਿ ਮਹਾਰਾਜ ਤੂੰ ਹੀ ਆ ਸਾਰੇ ਕਾਰਜਾਂ ਦੇ ਕਰਨ ਵਾਲਾ। ਹਜੂਰ ਕਹਿੰਦੇ ਭਾਈ ਕਿਸੇ ਨੂੰ ਦੋਸ਼ ਦੇਣਾ ਜਿਹੜਾ ਨਾ ਯੋਗ ਨਹੀਂ ਹੁੰਦਾ। ਜੇ ਦੁੱਖ ਮਿਲੇ ਤਾਂ ਪਰਮੇਸ਼ਰ ਤੇ ਭੁੱਲਿਆ, ਹਜੂਰ ਕਹਿੰਦੇ ਭਾਈ ਜੇ ਪਰਮੇਸ਼ਰ ਭੁੱਲ ਜਾਵੇ ਨਾ, ਇਹ ਮਨੁੱਖਾ ਜਨਮ ਯਾਦ ਕਰਨ ਵਾਸਤੇ ਪ੍ਰਾਪਤ ਹੋਇਆ ਹੈ। ਤੇ ਜੇ ਇਹ ਮਨੁੱਖਾ ਜਨਮ ਵਿੱਚ ਹੀ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਨੂੰ ਚੇਤੇ ਨਾ ਕੀਤਾ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੇ ਕੋਈ ਉਹ ਕਹੇ ਕਿ ਹੁਣ ਮੈਂ ਬੀਜ ਕੇ ਤੇ ਉਹਨੂੰ ਫਲ ਵੱਢ ਲਾਂਗਾ, ਸਾਧ ਸੰਗਤ ਜੀ ਇੱਕਦਮ ਬੀਜ ਕੇ ਕੋਈ ਫਲ ਵੱਢ ਸਕਦਾ ਹੈ? ਨਹੀਂ ਵੱਢ ਸਕਦਾ ਨਾ। ਬੀਜ ਬੀਜਣਾ ਚਾਹੀਦਾ, ਪਹਿਲਾਂ ਵਕਤ ਆਉਂਦਾ ਹੈ ਫਲ ਦਾ। ਇਸ ਕਰਕੇ ਜੀਵ ਦਾ ਸੁਭਾਅ ਇਹ ਹੈ, ਕੋਈ ਨਹੀਂ ਕਰ ਲਾਂਗੇ, ਬੜੀ ਉਮਰ ਪਈ ਹੈ, ਬਥੇਰੀ ਉਮਰ ਹੈ, ਅਜੇ ਜਵਾਨੀ ਹੈ, ਬੁੱਢੇ ਬਾਰੇ ਜਾ ਕੇ ਕਰ ਲਾਂਗੇ ਬੰਦਗੀ। ਫਿਰ ਕਿੱਥੇ ਸਾਧ ਸੰਗਤ ਜੀ, ਮਹਾਰਾਜ ਕਿਹਾ ਕਿ ਹੁਣ ਭਜਨ ਕਰਨ ਦਾ ਵੇਲਾ ਹੈ। ਜੇ ਹੁਣ ਨਹੀਂ ਭਜਨ ਕੀਤਾ ਨਾ ਤੇ ਫਿਰ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ। ਜਿਹੜੀ ਭਵ ਸਾਗਰ ਸਮੁੰਦਰ ਨੂੰ ਤਰਨਾ ਹੈ ਨਾ, ਉਹਦੇ ਤਰਨ ਵਾਸਤੇ ਤੇ ਤਰਨ ਅਵਸਥਾ, ਜਵਾਨੀ ਦੀ ਅਵਸਥਾ, ਬੇੜਾ ਬੰਧ ਨਾ ਸਕੇ ਉਹ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਉਦੋਂ ਔਖਾ ਹੋਣਾ ਤਰਨਾ। ਫਿਰ ਹੁਣ ਬੇੜਾ ਬੰਧਣ ਦਾ ਵੇਲਾ ਹੈ, ਜਪ ਤਪ ਕਾ ਬੰਧ ਬੇੜਲਾ, ਜਪ ਤਪ ਦਾ ਬੇੜਾ ਬੰਨ ਲੈ। ਉੱਠਿਆ ਕਰ ਅੰਮ੍ਰਿਤ ਵੇਲੇ, ਸੇਵਾ ਕਰਿਆ ਕਰ। ਜਦੋਂ ਹੱਥ ਹਿੱਲਣ ਲੱਗ ਗਏ ਉਦੋਂ ਤੇ ਆਪ ਦਾ ਬਾਟਾ ਨਹੀਂ ਚੱਕਿਆ ਜਾਣਾ, ਤੂੰ ਕਿਸੇ ਦੀ ਸੇਵਾ ਕੀ ਕਰਨੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਨੂੰ ਜੇ ਭੁੱਲ ਗਏ ਤਾਂ ਫਿਰ ਭੁੱਲਣੇ ਕਰਕੇ ਕੀ ਹੋਵੇਗਾ। ਵਿਆਪਨ ਸਭੇ ਰੋਗ, ਸਾਧ ਸੰਗਤ ਜੀ ਜੇ ਵਾਹਿਗੁਰੂ ਨਾਮ ਨਾ ਚੇਤੇ ਕਰੇ ਤੇ ਸਾਰੇ ਹੀ ਰੋਗ ਚਿੰਬੜਦੇ ਆ। ਬਾਣੀ ਦੇ ਰੋਗ ਚਿੰਬੜਦੇ ਆ, ਕੌੜਾ ਬੋਲਦਾ ਹੈ। ਸਰੀਰ ਦੇ ਰੋਗ ਚਿੰਬੜਦੇ ਆ ਸਾਧ ਸੰਗਤ ਜੀ, ਵੈ ਪਿੱਤ ਰੁਦਰ ਵਿਗਾੜ ਇਤਿਆਦਿਕ ਸਾਰੇ ਰੋਗ ਆ ਕੇ ਸਰੀਰ ਨੂੰ ਲੱਗ ਜਾਂਦੇ ਆ। ਮਨ ਨੂੰ ਰੋਗ ਲੱਗਦੇ ਆ, ਹਉਮੈ ਦਾ ਸਭ ਤੋਂ ਵੱਡਾ ਰੋਗ ਚਿੰਬੜਦਾ, ਵਕਾਰਾਂ ਦਾ ਰੋਗ ਚਿੰਬੜ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਪਰਮੇਸ਼ਰ ਦੇ ਭੁੱਲਣੇ ਕਰਕੇ
ਇੱਕ ਨਹੀਂ ਦੋ ਨਹੀਂ, ਵਿਆਪਨ ਸਭੇ ਰੋਗ, ਸਾਰੇ ਹੀ ਰੋਗ। ਆ ਕੱਲੇ ਕਰੋਨਾ ਵਾਇਰਸ ਤੋਂ ਡਰਦੇ ਪਏ, ਮਹਾਰਾਜ ਕਹਿੰਦੇ ਭਾਈ ਇਹ ਸਾਰੇ ਹੀ ਰੋਗ ਉਹਨੂੰ ਚਿੰਬੜਦੇ ਆ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦਾ। ਜੇ ਅੱਜ ਆਪਾਂ ਵੇਖੀਏ ਤੇ ਬਹੁਤਾਤ ਸਾਧ ਸੰਗਤ ਜੀ ਕਿਹੜਾ ਹੈ ਪਰਮੇਸ਼ਰ ਦੇ ਨਾਮ ਤੋਂ ਭੁੱਲ ਕੇ ਜੀਵ ਦੁਖੀ ਹੋ ਰਿਹਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਤੋਂ ਭੁੱਲਣੇ ਕਰਕੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸਾਰੇ ਹੀ ਰੋਗ ਜਿਹੜੇ ਹੈ ਨਾ, ਮਾਨਸਿਕ ਰੋਗ, ਸਰੀਰਕ ਰੋਗ, ਇਹ ਸਾਰੇ ਜੀਵ ਨੂੰ ਵਿਆਪਦੇ, ਚਿੰਬੜਦੇ ਆ ਕਰਕੇ। ਤੇ ਕੋਈ ਕਹਿੰਦੇ ਆ ਕਿ ਆ ਅਦਰਕ ਖਾਓ ਫਿਰ ਬੜੀ ਉਹ ਇਮਿਊਨਿਟੀ ਵੱਧਦੀ ਹੈ, ਕੋਈ ਨਿੰਬੂ ਖਾਓ, ਵਿਟਾਮਿਨ ਸੀ ਲਓ, ਤੇ ਇਹ ਚੇਤਾ ਹੀ ਨਹੀਂ ਕਿ ਵਾਹਿਗੁਰੂ ਦਾ ਨਾਮ ਜਪੋ ਫਿਰ ਜ਼ਿਆਦੀ ਇਮਿਊਨਿਟੀ ਵੱਧਦੀ ਹੈ। ਅੰਮ੍ਰਿਤ ਵੇਲੇ ਭਜਨ ਕਰਨ ਨਾਲ ਸਾਧ ਸੰਗਤ ਜੀ ਜਿੰਨਾ ਅੰਦਰ ਜਿਹੜਾ ਮਜ਼ਬੂਤ ਹੁੰਦਾ ਹੈ ਨਾ, ਉਹ ਭਾਵੇਂ ਬਾਹਰਲੀਆਂ ਚੀਜ਼ਾਂ ਕੁਦਰਤ ਨੇ ਸਾਰਾ ਕੁਝ ਬਣਾਇਆ ਹੈ ਭਜਨ ਕਰਨ ਵਾਸਤੇ, ਜਿਹੜਾ ਕਿ ਭਾਈ ਇਹਨਾਂ ਨੂੰ ਛਕ ਕੇ ਭਜਨ ਵਿੱਚ ਲੱਗੋ। ਤੇ ਖਾਈ ਤਾਂ 36 ਪ੍ਰਕਾਰ ਦੇ ਪਦਾਰਥ ਜਾਣੇ, ਤੇ ਫਿਰ ਝੋਰਾ ਜਿਹੜਾ ਉਹ ਮਨ ਚੋਂ ਨਹੀਂ ਨਾ ਨਿਕਲਦਾ। ਹੁਣ ਕਿੰਨੇ ਪ੍ਰਕਾਰ ਦੇ ਜੀਵ ਟੌਨਕ ਖਾਂਦਾ ਤੇ ਚਿਹਰਾ ਫਿਰ ਵੀ ਮੁਰਝਾਇਆ ਹੋਇਆ, ਬਹੁਤ ਜ਼ਿਆਦਾ ਹਾਏ ਹਾਏ। ਤੇ ਜਿਹੜੇ ਸਾਧ ਸੰਗਤ ਜੀ ਵੇਖੋ ਕੰਦ ਮੂਲ ਹੀ ਖਾਂਦੇ, ਸੁੱਕੀ ਰੋਟੀ ਖਾਂਦੇ ਆ, ਭਜਨ ਕਰਦੇ ਆ, ਕਿਵੇਂ ਚਿਹਰਾ ਉਹਨਾਂ ਦਾ ਪ੍ਰਤਾਪੀ ਹੁੰਦਾ ਹੈ। ਇਸੇ ਕਰਕੇ ਹੁੰਦਾ ਹੈ ਕਿ ਉਹ ਵਾਹਿਗੁਰੂ ਦੇ ਨਾਮ ਨੂੰ ਜਪਦੇ ਆ, ਪਰਮੇਸ਼ਰ ਦੀ ਬੰਦਗੀ ਕਰਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਰੇ ਰੋਗ ਆ ਕੇ ਚਿੰਬੜ ਜਾਂਦੇ ਆ ਜੇ ਵਾਹਿਗੁਰੂ ਦਾ ਨਾਮ ਭੁੱਲ ਜਾਵੇ, ਨਾ ਜਪੇ ਤਾਂ। ਵੇ ਮੁਖ ਹੋਏ RAM ਤੇ। ਸੱਚੇ ਪਾਤਸ਼ਾਹ ਜੀ ਜੇ ਨਾਮ ਨਹੀਂ ਜਪਦਾ ਤਾਂ ਮਹਾਰਾਜ ਕਹਿੰਦੇ ਭਾਈ ਫਿਰ ਪਰਮੇਸ਼ਰ ਤੋਂ ਬੇਮੁਖ ਹੋ ਜਾਂਦਾ ਹੈ। ਜਿਹੜਾ ਉਹ ਕਹਿੰਦੇ ਆ ਨਾ ਲੈ ਵੀ ਮੈਂ ਨਾਮ ਨਹੀਂ ਜਪੂੰ ਤਾਂ ਕੀ ਹੋ ਚੱਲਿਆ, ਮਹਾਰਾਜ ਕਹਿੰਦੇ ਭਾਈ ਜਿਹੜੇ ਰਾਮ ਤੋਂ ਪਰਮੇਸ਼ਰ ਤੋਂ ਬੇਮੁਖ ਹੀ ਆ ਨਾ, ਜਿਹੜੇ ਨਾਮ ਨਹੀਂ ਜਪਦੇ, ਭਜਨ ਨਹੀਂ ਕਰਦੇ। ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਕੋਈ ਫਿਰ ਮੇਰੇ ਰਾਮ ਤੋਂ, ਪਰਮੇਸ਼ਰ ਤੋਂ, ਵਾਹਿਗੁਰੂ ਤੋਂ ਬੇਮੁਖ ਹੋ ਜਾਵੇ, ਲਗਨ ਜਨਮ ਵਿਜੋਗ, ਉਹਨੂੰ ਫਿਰ ਜਨਮਾਂ ਜਨਮਾਂਤਰਾਂ ਦਾ ਸਾਧ ਸੰਗਤ ਜੀ ਵਿਜੋਗ ਵਿਛੋੜਾ ਲੱਗ ਜਾਂਦਾ ਹੈ। ਮੂਲਾ ਖੱਤਰੀ ਜਿਹੜਾ ਸਾਧ ਸੰਗਤ ਜੀ ਉਹਨੇ ਬੇਮੁਖਪੁਣਾ ਕੀਤਾ ਸੀ ਨਾ ਘਰ ਵਾਲੀ ਦੇ ਆਖੇ ਲੱਗ ਕੇ, ਤੇ ਹਜੂਰ ਨੇ ਕਿਹਾ ਸੀ ਨਾਲ ਕਰਾੜਾਂ ਦੋਸਤੀ, ਕੂੜੀ ਕੂੜਾ ਪਾਏ, ਮਰਨ ਨਾ ਜਾਪੀ ਮੂਲਿਆ, ਆਵੈ ਕਿਤੈ ਥਾਏ। ਸਾਧ ਸੰਗਤ ਜੀ ਉਸ ਸਥਾਨ ਦੇ ਵੀ ਮੈਂ ਦਰਸ਼ਨ ਹੁਣ ਕਰਕੇ ਆਇਆ, ਤੇ ਬਹੁਤ ਜਿਹੜੀ ਹੈ ਹਾਲਤ ਦੱਸਣ ਵਾਲੀ ਨਹੀਂ। ਗੁਰਦੁਆਰੇ ਸਾਹਿਬ ਦੀਆਂ ਉੱਤੋਂ ਛੱਤਾਂ ਕਿਰ ਰਹੀਆਂ ਹਨ, ਗੁੰਮਜ ਵੀ ਢਹਿ ਗਿਆ ਹੈ। ਉਹ ਮੂਲੇ ਖੱਤਰੀ ਦਾ ਘਰ ਜਿਹਦੇ ਬਾਹਰ ਖਲੋ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਵਾਕ ਕਹੇ ਸੀ, ਤੋ ਉਥੇ ਗੁਰਦੁਆਰੇ ਸਾਹਿਬ ਦੇ ਅੰਦਰ ਜਾਲੇ ਹੀ ਜਾਲੇ ਐ, ਇੱਟਾਂ ਜਿਹੜੀਆਂ ਉਹ ਡਿੱਗੀਆਂ ਪਈਆਂ, ਕਿਉਂਕਿ ਹੁਣ ਸਿੱਖਾਂ ਦੀ ਆਬਾਦੀ ਉੱਥੇ ਨਹੀਂ ਹੈ। ਤੋ ਯਾਦਗਾਰ ਵਜੋਂ ਭਾਵੇਂ ਕਿ ਉਹਨਾਂ ਸਥਾਨਾਂ ਨੂੰ ਅੱਜ ਸਾਂਭਣ ਦੀ ਲੋੜ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਬੇਮੁਖ ਹੋਇਆ ਸੀਗਾ, ਮੁਰਦਾ ਸਰੀਰ ਨੂੰ ਚੁੱਕ ਕੇ ਉਹਦੀ ਘਰਵਾਲੀ ਲੈ ਆਈ। ਮਹਾਰਾਜ ਕਹਿੰਦੇ ਚੰਗਾ ਭਾਈ ਮਰੇ ਨੂੰ ਲੈ ਆਏ ਹੋ, ਹੁਣ ਤਾਂ ਚੱਲਿਆ ਬਚਨ ਨਹੀਂ ਵਾਪਸ ਹੋਵੇਗਾ, ਬਖਸ਼ ਲਵਾਂਗੇ, ਪਰ ਮਹਾਰਾਜ ਕਹਿੰਦੇ 10ਵੇਂ ਜਾਮੇ 'ਚ ਬਖਸ਼ਾਂਗੇ। ਫਿਰ ਸਤਿਗੁਰਾਂ ਨੇ ਇੱਥੇ ਖਰਗੋਸ਼ ਦੀ ਜੂਨ ਵਿੱਚ ਪਏ ਹੋਏ ਮੂਲੇ ਖੱਤਰੀ ਦਾ ਮਹਾਰਾਜ ਉਧਾਰ ਕੀਤਾ ਸੀ। ਸਾਧ ਸੰਗਤ ਜੀ ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋਂ ਬਵੇਕੀਆ ਜਾਏ। ਮਹਾਰਾਜ ਕਹਿੰਦੇ ਕਿਸੇ ਗਿਆਨਵਾਨ ਨੂੰ ਪੁੱਛ ਲਓ, ਪੂਰੇ ਗੁਰੂ ਤੋਂ ਬਿਨਾਂ ਭਾਈ ਮੁਕਤੀ ਨਹੀਂ ਪਾ ਸਕਦਾ। ਜੇ ਬੇਮੁਖ ਹੋ ਗਿਆ ਨਾ ਪਰਮੇਸ਼ਰ ਤੋਂ, ਨਾਮ ਨਹੀਂ ਜਪਿਆ, ਤਾਂ ਸਤਿਗੁਰੂ ਜੀ ਕਹਿੰਦੇ ਭਾਈ ਜਨਮਾਂ ਜਨਮਾਂਤਰਾਂ ਦਾ ਵਿਜੋਗ ਲੱਗ ਜਾਵੇਗਾ, ਬਾਰ-ਬਾਰ ਮਰ ਕੇ ਕਦੀ ਸੱਪ ਕਦੀ ਠੂਹਾਂ। ਉਹ ਮੂਲੇ ਖੱਤਰੀ ਨੇ ਕਿੰਨੀਆਂ ਜੂਨਾਂ ਭੋਗੀਆਂ ਸੀ। ਤੇ ਸਾਧ ਸੰਗਤ ਜੀ ਹੁਣ ਪੂਰੇ ਗੁਰੂ ਜੀ ਦਾ ਕੀਤਾ ਹੋਇਆ ਬਚਨ ਸੀ ਨਾ, ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਉਧਾਰ ਲਿਆ। ਮਰੇ ਹੋਏ ਨੂੰ ਵੀ ਚੱਕ ਕੇ ਗੁਰੂ ਜੀ ਦੀ ਸ਼ਰਨ ਵਿੱਚ ਲਿਆਉਣ ਦਾ ਵੇਖ ਲਓ ਕਿੱਡਾ ਫਲ ਹੈ। ਜਿੰਦਾ ਆਵੇ ਤਾਂ ਫਲ ਕਹਿਣਾ ਹੀ ਕੀ ਹੈ। ਫਿਰ ਜਿਹੜਾ ਜਿੰਦਾ ਆ ਕੇ ਗੁਰੂ ਸਾਹਿਬ ਦੀ ਕਥਾ ਕੀਰਤਨ ਸੁਣਦਾ ਹੈ, ਉਹਦਾ ਕੀ ਫਲ ਦੱਸਿਆ ਜਾ ਸਕਦਾ ਹੈ। ਮਰੇ ਨੂੰ ਲਿਆਂਦਾ ਸੀ ਚੱਕ ਕੇ, ਤੇ ਮਹਾਰਾਜ ਕਹਿੰਦੇ ਕੋਈ ਨਹੀਂ 10ਵੇਂ ਜਾਮੇ 'ਚ ਬਖਸ਼ ਦਾਂਗੇ। ਕਿੰਨੀਆਂ ਕਿੰਨੀਆਂ ਜੂਨਾਂ ਭੋਗ ਕੇ ਫਿਰ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੂਰਬੀਰ ਬਚਨ ਕੇ ਬਲੀ, ਸਤਿਗੁਰਾਂ ਨੇ ਤੀਰ ਮਾਰ ਕੇ ਫਿਰ ਉਹਦੀ ਕਲਿਆਣ ਕੀਤੀ ਸੀ। ਮਹਾਰਾਜ ਕਹਿੰਦੇ ਭਾਈ ਜਨਮਾਂ ਜਨਮਾਂਤਰਾਂ ਦਾ ਗੁਰਸਿੱਖੋ ਵਿਜੋਗ ਵਿਛੋੜਾ ਲੱਗ ਜਾਂਦਾ ਹੈ, ਮਨੁੱਖਾ ਦੇਹ ਨਹੀਂ ਮਿਲਦੀ, ਫਿਰ ਕਿੱਥੇ ਗੁਰੂ ਕੀ ਸਿੱਖੀ ਮਿਲਣੀ ਹੈ। ਹੋਣੀ ਵਾਰੀ ਹੈ ਕਮਾਈ ਕਰਨ ਦੀ, ਵਾਹਿਗੁਰੂ ਦਾ ਭਜਨ ਕਰ ਲੈਣਾ ਚਾਹੀਦਾ ਹੈ।
ਖਿਨ ਮਹਿ ਕੌੜੇ ਹੋਏ ਗਏ। ਇਹ ਜਿਹੜੇ ਮਹਾਰਾਜ ਕਹਿੰਦੇ ਭਾਈ ਰਸਵਾਨ ਸੰਸਾਰ ਦੇ ਪਦਾਰਥਾਂ ਦੇ ਭੋਗ ਖਿਨ ਮਾਤਰ ਸਮੇਂ 'ਚ ਹੀ ਕੌੜੇ ਹੋ ਜਾਂਦੇ। ਜਦੋਂ ਅੰਤ ਦਾ ਸਮਾਂ ਆ ਜਾਵੇ ਛੱਡ ਕੇ ਜਦੋਂ ਤੁਰਨ ਲੱਗਦਾ ਏ। ਜਿਤੜੇ ਮਾਇਆ ਭੋਗ, ਜਿੰਨੇ ਵੀ ਮਾਇਆ ਦੇ ਭੋਗ ਪਦਾਰਥ ਹਨ ਇਹ ਸਾਰੇ ਹੀ ਮਹਾਰਾਜ ਕਹਿੰਦੇ ਛਿਨ ਮਾਤਰ 'ਚ ਹੀ ਕੌੜੇ ਪ੍ਰਤੀਤ ਹੋਣ ਲੱਗ ਜਾਂਦੇ ਆ, ਨਾਲ ਨਹੀਂ ਨਾ ਨਿਭਦੇ। ਜਿਹੜੇ ਵੱਡੇ ਵੱਡੇ ਕਿਲਿਆਂ ਵਿੱਚ ਸਾਧ ਸੰਗਤ ਜੀ ਅੱਜ ਵੀ ਰਾਜੇ ਮਹਾਰਾਜੇ ਬੜੀਆਂ ਸਿਕਿਉਰਿਟੀਆਂ ਨੇ ਬਾਹਰ। ਉਹ ਇੰਗਲੈਂਡ ਦੇ ਕਿਲੇ ਇੰਨੇ ਮਜ਼ਬੂਤ ਵਾ, ਬੜੀਆਂ ਸਿਕਿਉਰਿਟੀਆਂ ਨੇ, ਲੇਜ਼ਰ ਸਿਸਟਮ ਲੱਗਾ ਹੋਇਆ, ਕਿਤੇ ਮੱਛਰ ਨਹੀਂ ਲੰਘ ਸਕਦਾ। ਪਰ ਕਾਲ ਮਹਾਰਾਜ ਨੇ ਉਹਨਾਂ ਨੂੰ ਵੀ ਅੰਦਰੋਂ ਕੱਢ ਹੀ ਲੈਣਾ। ਕਿਹੜੀ ਕੋਠੜੀ 'ਚ ਵੜ ਜਾਣਗੇ? ਕਾਲ ਤਾਂ ਸਭ ਨੂੰ ਹੀ ਕੱਢ ਲੈਂਦਾ ਹੈ ਬਾਹਰ। ਸੱਚੇ ਪਾਤਸ਼ਾਹ ਕਹਿੰਦੇ ਭਾਈ ਉਦੋਂ ਸਾਰੇ ਜਿੰਨੀ ਵਿਭੂਤੀ ਹੈ ਉਮਰਾਂ ਦੇ ਵਧਾਉਣ ਨੂੰ ਬੜੀਆਂ ਦਵਾਈਆਂ ਖਾਂਦੇ ਆ, ਬੜਾ ਕੁਛ ਕਰਦੇ ਆ। ਬੜੇ ਸਾਧ ਸੰਗਤ ਜੀ ਕਈ ਤਰ੍ਹਾਂ ਦੇ ਉਹਨਾਂ ਦੇ ਡਾਕਟਰ ਵੈ, ਉੱਠਣ ਬਹਿਣ ਸੌਣ ਦੇ ਕਮਰੇ ਵੱਖਰੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਭ ਕੌੜੇ ਹੋ ਜਾਣਗੇ ਭਾਈ। ਇਹ ਭੋਗ ਜਿਹੜੇ ਮਾਇਆ ਤੋਂ ਉਤਪੰਨ ਹੋਏ ਆ, ਇਹ ਪਦਾਰਥ ਕੋਈ ਰਸਮਈ ਨਹੀਂ ਰਹਿਣਗੇ। ਇੱਕ ਛਿਨ 'ਚ ਹੀ ਮਹਾਰਾਜ ਕਹਿੰਦੇ ਸਭ ਕਲਾ ਵਰਤ ਜੇਗੀ। ਜਦੋਂ ਭਾਈ ਪ੍ਰਾਣ ਪੰਖੇਰੂ ਹੁੰਦੇ ਆ ਉਦੋਂ ਇਹ ਭੋਗ ਪਦਾਰਥ ਸਭ ਕੌੜੇ ਪ੍ਰਤੀਤ ਹੁੰਦੇ ਆ। ਵਿੱਚ ਨਾ ਕੋਈ ਕਰ ਸਕੈ, ਉਦੋਂ ਮਹਾਰਾਜ ਕਹਿੰਦੇ ਵਿੱਚ ਵਿਚੋਲਗੀ ਭਾਈ ਕੋਈ ਨਹੀਂ ਫਿਰ ਕਰ ਸਕੇਗਾ। ਵਿਚੋਲਗੀ ਕਰਨੀ ਸੀ ਪੂਰੇ ਗੁਰੂ ਜੀ ਨੇ, ਵਿਚੋਲਗੀ ਕਰਨੀ ਸੀ ਸ਼ੁਭ ਕਰਮਾਂ ਨੇ, ਉਹ ਤਾਂ ਕੀਤੇ ਸ਼ੁਭ ਕਰਮ ਹੈ ਨਹੀਂ। ਭਗਤੀ ਦਾ ਕਰਮ ਨਹੀਂ ਕੀਤਾ ਤੇ ਪੂਰੇ ਗੁਰੂ ਜੀ ਦੀ ਸਿੱਖੀ ਨਹੀਂ ਧਾਰਨ ਕੀਤੀ। ਹੁਣ ਤੇਰੀ ਵਿਚੋਲਗੀ ਕੌਣ ਕਰੇ? ਮਹਾਰਾਜ ਕਹਿੰਦੇ ਵਿੱਚ ਨਾ ਕੋਈ ਕਰ ਸਕੈ। ਉੱਥੇ ਫਿਰ ਹੁਣ ਤੇਰੇ ਵਿੱਚ ਖਲੋ ਕੇ ਵਿਚੋਲਗੀ ਕੋਈ ਨਹੀਂ ਕਰ ਸਕਦਾ। ਵਕੀਲ ਵਿਚੋਲਗੀ ਕਰਦੇ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ ਨਾ ਕਿ ਹਰ ਦਰਗਾਹ ਕਾ ਬਸੀਠ, ਗੁਰੂ ਸਾਹਿਬ ਦਰਗਾਹ ਦੇ ਬਸੀਠੀ ਕਰਦੇ, ਉੱਥੇ ਵਕੀਲੀ ਕਰਦੇ, ਵਿੱਚ ਵਿਚੋਲਗੀ ਕਰਦੇ ਮਹਾਰਾਜ। ਸਤਿਗੁਰੂ ਜੀ ਜਿਹਨੂੰ ਕਹਿ ਦੇਣ ਵੀ ਮੇਰਾ ਸਿੱਖ ਹੈ ਤੇ ਧਰਮਰਾਜੇ ਦੀ ਜੁਰਤ ਆ, ਉਹਦੇ ਪੇਪਰ ਫੋਲ ਜੇ। ਫਿਰ ਇਹ ਸਾਧ ਸੰਗਤ ਜੀ ਉੱਥੇ ਹੁਣ ਵਿੱਚ ਵਿਚੋਲਗੀ ਕੌਣ ਕਰੇ? ਇੱਥੇ ਕਹਿੰਦੇ ਅੰਮ੍ਰਿਤ ਛਕਣਾ ਕੋਈ ਜ਼ਰੂਰੀ ਹੈ? ਅੰਮ੍ਰਿਤ ਵੇਲੇ ਉੱਠਣਾ ਕੋਈ ਜ਼ਰੂਰੀ ਹੈ? ਕਹਿੰਦੇ ਬੈਟਰੀ ਚਾਰਜ ਕਰਨੀ ਚਾਹੀਦੀ। ਇਹੋ ਜਿਹੇ ਕਈ ਹੈਗੇ ਉਹ ਕਹਿੰਦੇ ਬੈਟਰੀ ਚਾਰਜ ਕਰਨੀ ਚਾਹੀਦੀ 9 ਵਜੇ ਤੱਕ ਸੌਂ ਕੇ। ਦੇਖੋ ਤੇ ਸਟੇਜਾਂ ਤੇ ਇਥੇ ਜੀ ਗੁਰਮਤ ਅਸੀਂ ਦੱਸ ਰਹੇ ਹਾਂ, ਨਵੀਂ ਗੁਰਮਤ ਕੱਢ ਲਈ ਉਹਨਾਂ ਨੇ। ਮਹਾਰਾਜ ਜੀ ਤਾਂ ਆਖਿਆ ਭਾਈ ਗੁਰ ਸਤਿਗੁਰ ਕਾ ਜੋ ਇੱਕ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ। ਤੇ ਉਹ ਐਸੇ ਮਸ਼ਕਰੀਆਂ ਕਰਦੇ, ਕਹਿੰਦੇ ਭਲਕੇ ਦਾ ਮਤਲਬ ਇਹੀ ਵੀ ਸੂਰਜ ਚੜੇ ਅਗਲੇ ਦਿਨ। ਇਹੋ ਆਪਣੇ ਹਿਸਾਬ ਨਾਲ ਅਰਥ ਕੱਢਦੇ ਆ। ਤੋ ਇਹੋ ਜੀ ਹਾਲਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵਿੱਚ ਵਿਚੋਲਗੀ ਕਰਨ ਵਾਲਾ ਸ਼ੁਭ ਕਰਮ ਨਹੀਂ ਕੀਤਾ। ਵਿੱਚ ਵਿਚੋਲਗੀ ਕਰਨ ਵਾਲੇ ਪਰਲੋਕ ਦੀ ਵਿਚੋਲਗੀ ਹੁਣ ਕੌਣ ਕਰੇਗਾ? ਇੱਥੇ ਤਾਂ ਬੜਾ ਕੁਛ ਕਰਦੇ ਆ। ਬੜਿਆਂ ਨੂੰ ਪੈਸੇ ਦੇ ਕਰਕੇ, ਕਿਸੇ ਤੋਂ ਮੰਤਰੀ ਤੋਂ ਫੋਨ ਕਰਾ ਕੇ, ਇਹ ਇੱਥੇ ਜ਼ਿਆਦਾ ਇਹੋ ਜਿਹਾ ਸੁਭਾਅ ਹੈ। ਆਪਣੀਆਂ ਉਹਨਾਂ ਨਾਲ ਵਾਕਬੀਆਂ ਰੱਖਣੀਆਂ ਤੇ ਵਿੱਚ ਵਿਚੋਲਗੀ ਕਰਾਉਂਦੇ ਤੇ ਕੰਮ ਝੱਟ ਕਰਾ ਕੇ ਕਹਿੰਦੇ ਵੇਖਿਆ ਸਾਡਾ ਕੰਮ ਹੋ ਵੀ ਗਿਆ। ਵਿਚੋਲਗੀ ਕਰਾ ਲੈਂਦੇ ਨਾ। ਪਰ ਮਹਾਰਾਜ ਕਹਿੰਦੇ ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੈ ਕੋਏ। ਉੱਥੇ ਭਾਈ ਕਿਸੇ ਪੱਲਾ ਨਹੀਂ ਫੜਨਾ, ਫਿਰ ਵਿੱਚ ਨਾ ਕੋਈ ਕਰ ਸਕੈ। ਕੋਈ ਵਿਚੋਲਗੀ ਨਹੀਂ ਉੱਥੇ ਵਿੱਚ ਕਰ ਸਕੇਗਾ। ਕਿਸ ਥਾ ਰੋਵਹਿ ਰੋਜ਼, ਰੋਜ਼ ਹਮੇਸ਼ਾ ਹੀ ਮਹਾਰਾਜ ਕਹਿੰਦੇ ਭਾਈ ਕਿਦੇ ਕਿਦੇ ਕੋਲ ਜਾ ਜਾ ਕੇ ਫਿਰ ਕੋ ਰੋਵੋਗੇ। ਕਿਸੇ ਨੇ ਉਹ ਰੋਣਾ ਨਹੀਂ ਸੁਣਨਾ, ਪੁਕਾਰ ਨਹੀਂ ਸੁਣਨੀ। ਸੱਚੇ ਪਾਤਸ਼ਾਹ ਕਹਿੰਦੇ ਹਮੇਸ਼ਾ ਦਾ ਭਾਈ ਰੋਣਾ ਜਿਹੜਾ ਨਾ, ਰੋਜ਼ ਦਾ ਰੋਣਾ ਪੱਲੇ ਪਿਆ ਰਹੇਗਾ। ਰੋਣਾ ਨਾ ਪਵੇ ਇਸ ਕਰਕੇ ਗੁਰੂ ਕੇ ਸਿੱਖ ਮਹਾਰਾਜ ਦੇ ਅੱਗੇ ਹੱਥ ਜੋੜਦੇ, ਸੱਚੇ ਪਾਤਸ਼ਾਹ ਆਪ ਦੀ ਸਿੱਖੀ ਦਿਓ ਗਰੀਬ ਨਵਾਜ, ਮੇਰੇ ਰੋਣਾ ਨਾ ਪੱਲੇ ਪਵੇ ਮਹਾਰਾਜ, ਇਹ ਝੋਰੇ ਦੁੱਖ ਗਮ ਨਾ ਮੇਰੇ ਪੱਲੇ ਪੈਣ। ਸਤਿਗੁਰੂ ਜੀ ਕਹਿੰਦੇ ਭਾਈ ਉਹ ਸ਼ੁਭ ਕਰਮ ਨਹੀਂ ਕੀਤਾ, ਗੁਰੂ ਧਾਰਨ ਨਹੀਂ ਕੀਤਾ। ਹੁਣ ਵਿਚੋਲਗੀ ਪਰਲੋਕ ਵਿੱਚ ਕੌਣ ਕਰੇ? ਫਿਰ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਭਾਈ ਇਹੋ ਜੀ ਹਾਲਤ ਹੁੰਦੀ ਹੈ, ਉਹਨਾਂ ਨੂੰ ਹਮੇਸ਼ਾ ਦਾ ਰੋਣਾ ਹੀ ਪੱਲੇ ਪਿਆ ਰਹਿੰਦਾ ਹੈ। ਕਿੱਥੇ ਕਿੱਥੇ ਜਾ ਜਾ ਕੇ ਮਹਾਰਾਜ ਕਹਿੰਦੇ ਭਾਰੀ ਫਰਜ਼ ਦੇ ਮੁਤਾਜ ਹੋਣਾ ਪੈਂਦਾ ਏ। ਕੀਤਾ ਕਿਛੁ ਨਾ ਹੋਵਾਏ। ਹਜੂਰ ਕਹਿੰਦੇ ਭਾਈ ਫਿਰ ਕਿਸੇ ਦੇ ਕੀਤਿਆਂ ਤਾਂ ਕੁਛ ਨਹੀਂ ਨਾ ਹੋ ਸਕਦਾ। ਹੁਣ ਮਹਾਰਾਜ ਕਹਿੰਦੇ ਜਨਮ ਮਿਲਿਆ ਭਜਨ ਕਰਨ ਵਾਸਤੇ, ਹੁਣ ਭਜਨ ਕਰਦੇ ਨਹੀਂ, ਫਿਰ ਕਿਸੇ ਦਾ ਕੀਤਿਆਂ ਮਹਾਰਾਜ ਕਹਿੰਦੇ ਭਾਈ ਕੀ ਹੋਵੇਗਾ? ਲਿਖਿਆ ਧੁਰ ਸੰਜੋਗ, ਧੁਰੋਂ ਹੀ ਵਾਹਿਗੁਰੂ ਜੀ ਨੇ ਜਦੋਂ ਸੰਜੋਗ ਇਹੋ ਜਿਹਾ ਲਿਖ ਦਿੱਤਾ ਤਾਂ ਮਹਾਰਾਜ ਕਹਿੰਦੇ ਭਾਈ ਫਿਰ ਕਿਸੇ ਦੇ ਕੀਤਿਆਂ ਕੁਝ ਨਹੀਂ ਹੋ ਸਕਦਾ। ਜਿਹੜੇ ਸਾਧ ਸੰਗਤ ਜੀ ਭਗਤੀ ਕਰਨੀ ਨਾ ਪਾਉਂਦੇ ਪਰ ਮਹਾਰਾਜ ਤੋਂ ਮੰਗਦੇ ਰਹਿੰਦੇ ਐ,
ਕੋਈ ਕਹੇ ਕਿ ਮੇਰਾ ਮਨ ਵਸ ਨਹੀਂ ਹੁੰਦਾ, ਮੈਨੂੰ ਕੀ ਲੋੜ ਹੈ ਜਪਣ ਦੀ। ਸਤਿਗੁਰੂ ਜੀ ਕਹਿੰਦੇ ਭਾਈ ਜੇ ਨਹੀਂ ਵਸ ਹੁੰਦਾ ਤਾਂ ਵੀ ਜਪਣਾ ਹੀ ਚਾਹੀਦਾ, ਕਿਉਂਕਿ ਜਦੋਂ ਜਪਾਂਗੇ ਬੇਨਤੀਆਂ ਕਰਾਂਗੇ ਤਾਂ ਮਹਾਰਾਜ ਮਨ ਵੀ ਸੱਚੇ ਪਾਤਸ਼ਾਹ ਵਸ ਕਰ ਦੇਣਗੇ, ਤੇ ਜੇ ਨਹੀਂ ਵਸ ਹੋਇਆ ਤਾਂ ਸਤਿਗੁਰੂ ਜੀ ਫਿਰ ਕਿਤੇ ਸੰਜੋਗ ਪਾ ਦੇਣਗੇ, ਕਿਉਂਕਿ ਮਹਾਰਾਜ ਸਮਰੱਥ ਹੈ ਨਾ। ਤੇ ਜੇ ਸਾਧ ਸੰਗਤ ਜੀ ਮਹਾਰਾਜ ਅੱਗੇ ਬੇਨਤੀਆਂ ਹੀ ਨਹੀਂ ਕਰਨੀਆਂ ਤੇ ਕੁਕਰਮਾਂ ਚ ਬਦ ਫੈਲੀਆਂ ਚ ਲੱਗੇ ਰਹਿਣਾ, ਤੇ ਮਹਾਰਾਜ ਕਹਿੰਦੇ ਫਿਰ ਕਿੱਥੋਂ ਸੰਜੋਗ ਪੈਣਾ ਭਾਈ। ਫਿਰ ਕੀਤਾ ਕਿਛੂ ਨਾ ਹੋ ਬਈ, ਕਿਸੇ ਦਾ ਕੀਤਿਆਂ ਕੁਝ ਨਹੀਂ ਹੋ ਸਕਦਾ। ਲਿਖਿਆ ਧੁਰ ਸੰਜੋਗ, ਧੁਰੋਂ ਹੀ ਮੇਰੇ ਵਾਹਿਗੁਰੂ ਨੇ ਸੰਜੋਗ ਹੀ ਇਹੋ ਜਿਹਾ ਲਿਖ ਛੱਡਿਆ, ਜਿਹੋ ਜਿਹਾ ਮੂੰਹ ਉਹੋ ਜੀ ਚਪੇੜ ਮਾਰ ਛੱਡੀ ਆ। ਵਡ ਭਾਗੇ ਮੇਰਾ ਪ੍ਰਭ ਮਿਲੈ। ਵੱਡਿਆਂ ਭਾਗਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸਾਧ ਸੰਗਤ ਜੀ ਭਾਵ ਭਗਤੀ ਦੀ ਦਾਤ ਪ੍ਰਾਪਤ ਹੋਈ ਹੈ, ਤੇ ਮੇਰੇ ਪ੍ਰਭੂ ਦਾ ਪਿਆਰ ਜਿਨ੍ਹਾਂ ਨੂੰ ਮਿਲ ਪਿਆ ਹੈ। ਤਾਂ ਉਤਰ ਹੈ ਸਭ ਵਿਯੋਗ। ਫਿਰ ਮਹਾਰਾਜ ਕਹਿੰਦੇ ਸਭ ਵਿਯੋਗ ਵਿਛੋੜੇ ਭਾਈ ਉਤਰ ਜਾਂਦੇ ਆ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇਹ ਸਾਰੇ ਹੀ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਵਿਯੋਗ ਲੱਥ ਜਾਂਦੇ, ਸਾਰੇ ਦੁੱਖ ਦੂਰ ਹੋ ਜਾਂਦੇ ਆ। ਜਦੋਂ ਵਾਹਿਗੁਰੂ ਦਾ ਪਿਆਰ ਹੀ ਪ੍ਰਾਪਤ ਹੋ ਗਿਆ, ਉਸ ਪਿਆਰ ਵਿੱਚ ਹੀ ਇੰਨਾ ਆਨੰਦ ਹੈ ਕਿ ਸਾਧ ਸੰਗਤ ਜੀ ਸਰੀਰ ਵੀ ਰੋਗਾਂ ਤੋਂ ਪਰੇ ਰਹਿੰਦਾ ਹੈ, ਮਨ ਵੀ ਰੋਗਾਂ ਤੋਂ ਪਰੇ ਰਹਿੰਦਾ ਹੈ। ਇੱਕ ਅਕਹਿ ਰਸ ਵਿੱਚ ਮਨ ਸਮਾਇਆ ਰਹਿੰਦਾ ਹੈ। ਇਸ ਦੁਨੀਆ ਵਿੱਚ ਰਹਿੰਦੇ ਹੋਈ ਇਸ ਦੁਨੀਆ 'ਚ ਨਹੀਂ ਰਹਿੰਦੇ। ਮਹਾਰਾਜ ਕਹਿੰਦੇ ਦੀਸੈ ਸਾਮੈ ਸਭ ਦੇ ਰਹਤੇ, ਪਾਰ ਬ੍ਰਹਮ ਕਾ ਧਿਆਨ ਧਰਤੇ। ਸਾਰੇ ਵਿਯੋਗ ਵਿਛੋੜੇ ਮੁੱਕ ਜਾਂਦੇ, ਮਹਾਰਾਜ ਉਹਨਾਂ ਨੂੰ ਆਪਣੇ ਭੇਦ ਨਿਸ਼ਚੈ ਰੂਪੀ ਕੰਠ ਲਾ ਲੈਂਦੇ ਆ। ਨਾਨਕ ਕਾ ਪ੍ਰਭ ਰਾਖ ਲੇਹਿ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਬੇਨਤੀ ਕਰਨ ਦੀ ਜਾਚ ਦੱਸਦੇ ਆ, ਹੇ ਪ੍ਰਭੂ, ਹੇ ਵਾਹਿਗੁਰੂ, ਮਹਾਰਾਜ ਸਾਨੂੰ ਰੱਖ ਲਓ, ਸਾਡੀ ਮਹਾਰਾਜ ਆਪਣੇ ਜਾਣ ਕੇ ਰੱਖਿਆ ਕਰ ਲਓ। ਮੇਰੇ ਸਾਹਿਬ ਬੰਦੇ ਮੋਚ। ਹੇ ਮੇਰੇ ਸਾਹਿਬ, ਆਪ ਤਾਂ ਮਹਾਰਾਜ ਬੰਦੀਆਂ ਨੂੰ ਮੋਚ ਛਡਾ ਲੈਣ ਵਾਲੇ ਹੋ। ਮਹਾਰਾਜ ਜਿਹੜਾ ਇਹ ਦੇਹ ਦਿਆਸ ਦਾ ਪਿੰਜਰਾ ਹੈ ਨਾ, ਇਹਦੇ ਵਿੱਚੋਂ ਮਹਾਰਾਜ ਮੇਰੀ ਖਲਾਸੀ ਕਰਾ ਦਿਓ। ਮਹਾਰਾਜ ਜਿਹੜਾ ਇਹ 84 ਲੱਖ ਦੀ ਜੂਨ ਵਿੱਚ ਮਹਾਰਾਜ ਪੈਣਾ ਨਾ, ਇਸ ਤੋਂ ਮਹਾਰਾਜ ਮੇਰੀ ਬੰਦੀ ਖਾਨੇ ਤੋਂ ਮਹਾਰਾਜ ਛੁਟਕਾਰਾ ਕਰਾ ਦਿਓ ਕਿ 84 ਲੱਖ ਜੂਨ ਨਾ ਮੈਨੂੰ ਭੋਗਣੀ ਪਵੇ। ਸਤਿਗੁਰੂ ਤਾਂ ਇੰਨੇ ਦਿਆਲੂ ਨੇ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬੌਲੀ ਸਾਹਿਬ ਤੀਰਥ ਰਚ ਕੇ ਵਰ ਦੇਤਾ, ਸਿੱਖੋ ਜਿਹੜਾ 84 ਜਪਜੀ ਸਾਹਿਬ ਦੇ ਪਾਠ ਕਰਕੇ ਇਹਦੇ ਵਿੱਚ ਇਸ਼ਨਾਨ ਕਰੇ, ਮਹਾਰਾਜ ਕਹਿੰਦੇ ਭਾਈ 84 ਲੱਖ ਦੇ ਬੰਦੀ ਖਾਨੇ ਤੋਂ ਬਾਹਰ ਆ ਜਾਏਗਾ, ਛੁੱਟ ਜਾਏਗਾ। ਐਸੇ ਬੰਦੀ ਮੋਚ ਸਤਿਗੁਰੂ ਪ੍ਰਤੱਖ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਾਬਰ ਚੜ੍ਹ ਕੇ ਆਇਆ ਨਾ, ਤੇ ਸਾਧ ਸੰਗਤ ਜੀ ਬਾਬਰ ਨੇ ਕੈਦੀ ਕਰ ਲਏ ਸਾਰੇ ਜਿੰਨੇ ਲੋਕ ਸੀ ਉੱਥੇ। ਉਹ ਇਮਨਾਬਾਦ ਸਤਿਗੁਰਾਂ ਜੀ ਦਾ ਬਾਹਰ ਅਸਥਾਨ ਹੈ, ਗੁਰਦੁਆਰਾ ਰੋੜੀ ਸਾਹਿਬ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਭਾਈ ਮਰਦਾਨਾ ਜੀ ਦਾ ਉਹਨਾਂ ਨਰਾਦਰ ਕੀਤਾ ਸੀ ਨਾ ਇਮਨਾਬਾਦ ਦੇ ਮੁਸਲਮਾਨਾਂ ਨੇ, ਤੇ ਮਹਾਰਾਜ ਆਖਿਆ ਸੀ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੈ ਧੂੜ। ਮਹਾਰਾਜ ਕਿਹਾ ਭਾਈ ਮਰਦਾਨਿਆ ਫਿਕਰ ਨਾ ਕਰ, ਵੇਖ ਇਹਨਾਂ ਦੀ ਕੀਤੇ ਕਰਮਾਂ ਦੀ ਸਜ਼ਾ ਦੇਣ ਲਈ ਜਿਹੜਾ ਨਾ ਬਾਬਰ ਚੜ ਕੇ ਆ ਰਿਹਾ ਹੈ। ਜਦੋਂ ਉੱਥੇ ਕਤਲੋ ਗਾਰਤ ਹੋਈ ਇੰਨੀ ਜ਼ਿਆਦੀ, ਸਭ ਜਿਹੜੇ ਸਾਧੂ ਸੰਤ ਸੀ ਸਭ ਨੂੰ ਗ੍ਰਿਫਤਾਰ ਕਰ ਲਿਆ, ਪਕੜ ਲਿਆ। ਮਹਾਰਾਜ ਇੱਥੇ ਰੋੜੀ ਸਾਹਿਬ ਬੈਠੇ ਸੀ ਸੱਚੇ ਪਾਤਸ਼ਾਹ ਜੀ। ਬੜਾ ਸੁੰਦਰ ਮਹਾਰਾਜ ਦਾ ਉਹ ਸਥਾਨ ਹੈ। ਪੰਥ ਦੀ ਸਾਧ ਸੰਗਤ ਜੀ ਉਹ ਆਰਾਮਗਾਹ ਰਿਹਾ ਕਰਦੀ, ਜਿੱਥੇ ਦਲ ਪੰਥ ਰਿਹਾ ਕਰਦਾ ਸੀ। ਸਰੋਵਰ ਅੱਜ ਜਲ ਨਹੀਂ ਹੈ ਉਸ ਸਰੋਵਰ ਦੇ ਅੰਦਰ, ਤੋਂ ਕਿਉਂਕਿ ਸੇਵਾ ਸੰਭਾਲ ਉਨੀ ਨਹੀਂ ਹੈ ਉਹਨਾਂ ਸਥਾਨਾਂ ਦੀ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਲਾਗੇ ਭਾਈ ਲਾਲੋ ਜੀ ਬੈਠੇ ਸੀ। ਇੱਕ ਬ੍ਰਾਹਮਣ ਬੈਠਾ ਸੀ, ਉਸਨੇ ਮਿੱਠਾ ਪ੍ਰਸ਼ਾਦ ਭੇਟ ਕੀਤਾ। ਘਰ ਵਿੱਚ ਲੜਕੀ ਦਾ ਵਿਆਹ ਹੋਇਆ ਸੀ। ਜਦੋਂ ਮੁਗਲ ਆ ਗਏ ਉੱਥੇ ਮਹਾਰਾਜ ਨੂੰ ਪਕੜਨ ਵਾਸਤੇ, ਸਤਿਗੁਰਾਂ ਜੀ ਨੇ ਭਾਈ ਲਾਲੋ ਨੂੰ ਕਿਹਾ ਇੱਥੇ 4 ਕੋਹ ਦੀ ਦੂਰੀ ਤੇ ਇੱਕ ਤਲਾਬ ਹੈ, ਭਾਈ ਲਾਲੋ ਜਾ ਉੱਥੇ ਚਲੇ ਜਾ, ਉੱਥੇ ਮਿਲਾਂਗੇ ਤੈਨੂੰ। ਗਰੀਬ ਨਵਾਜ ਸਤਿਗੁਰਾਂ ਨੇ ਬ੍ਰਾਹਮਣ ਨੂੰ ਵੀ ਪ੍ਰਸ਼ਾਦ ਦੇ ਕੇ ਤੋਰ ਦਿੱਤਾ। ਹਜੂਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਪ ਸਤਿਗੁਰਾਂ ਨੇ ਉਹਨਾਂ ਬੰਦੀਆਂ ਨੂੰ ਛਡਾਉਣ ਵਾਸਤੇ ਮਹਾਰਾਜ ਗ੍ਰਿਫਤਾਰ ਹੋ ਗਏ। ਸਤਿਗੁਰਾਂ ਦੇ ਸੀਸ ਤੇ ਪੰਡ ਰੱਖੀ ਜਿਹੜੀ ਸਾਧ ਸੰਗਤ ਜੀ 1.25 ਗਿੱਠ ਉੱਪਰ ਜਾਂਦੀ ਸੀ। ਮੁਗਲ ਵੇਖ ਕੇ ਬੜੇ ਹੈਰਾਨ ਹੋਏ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਭਾਈ ਮਰਦਾਨਾ ਜੀ ਨੂੰ ਉਹਨਾਂ ਨੇ ਘੋੜਾ ਫੜਾਤਾ, ਏਡਾ ਅੜੀਅਲ ਕਿ ਭਾਈ ਮਰਦਾਨਾ ਜੀ ਦੇ ਗਿੱਟੇ ਹੀ ਵੱਢੀ ਜਾਵੇ ਪਿੱਛੋਂ ਘੋੜਾ। ਤੇ ਹਜੂਰ ਕਹਿੰਦੇ ਭਾਈ ਮਰਦਾਨਾ ਰਬਾਬ ਛੇੜ ਬਾਣੀ ਆਈ ਹੈ। ਕਹਿੰਦਾ ਮਹਾਰਾਜ ਬੜੇ ਬੇਪਰਵਾਹ ਹੋ। ਆ ਮਹਾਰਾਜ ਘੋੜਾ ਫੜਾਇਆ ਉਹਨਾਂ ਨੇ, ਤੇ ਜੇ ਛੱਡਦਾ ਤੇ ਮੁਗਲ ਤਾਂ ਮਾਰਨਗੇ ਨਾ ਮੈਨੂੰ।
महाराज कहते निश्चय कर भाई मरदानिया घोड़ा तेरे पिछे आऊगा। भाई मरदाना जी ने खोली रबाब ते जदों छेड़ी ना सुर रबाब दी ते घोड़ा पिछे पिछे तुरन लग पिया। वेख के मुगल हैरान हो गए। हजूर ने फिर शब्द उठाया सी खुरासान खसमाना किया हिंदुस्तान डराया। ये सच्चे पातशाह जदों शब्द पढ़िया वेख वेख के सारे जेड़े सी मुगल बड़े हैरान। महाराज सच्चे पातशाह नूं जिस चक्की दे अंदर बंद किया गया वह भी साध संगत जी स्थान एमनाबाद दे अंदर है। भाई लालो जी का वह घर सच्चे पातशाह जिथे कुदरे का प्रशादा महाराज छकिया सी वह भी घर एमनाबाद दे अंदर है। संगतां दर्शन करदियां उत्थे चक्की सी वो वाली ਜਿਹੜੇ ਅੱਜ शंका करते हैं कि ਇਹੋ ਜਿਹੀਆਂ चीज़ां हो नहीं सकदियां। वो साध संगत जी चक्की कोई इंग्लैंड निवासी सीगा उथों जो पता लगा है उन्हें साध संगत जी भलियां समियां चो खरीद के चक्की ते खोरे इंग्लैंड लै गया जां किथे लै गया। हुण उत्थे वो चक्की नहीं है। महाराज अगे जिहड़ी चक्की रखी सी ना सतगुरु पातशाह जी महाराज जदों गला पाया ना उहदे विच ते चक्की आपे ही फिरन लग पई सी। जदों चक्कियां आपे घुमदियां वेखियां बाबर आके चरनी टै पिया महाराज सच्चे पातशाह दे। हजूर ने कहा ये कैदी क्यों कीते आ जेड़े तेरे नाल लड़े आ उन्हां नूं तां मार दिता है पर इन्हां बजुर्गां नूं बीबियां नूं बच्चियां नूं क्यों कैदी कीता ही। महाराज सब नूं छड़ दिना है। सतगुरु जी ने सब नूं ते समय मेरे साहिब बंदी मोच महाराज ने सब नूं रिहा करवाया सी। गरीब नवाज ने बाबर ने कहा महाराज मेरी कुल च राज रहे वर दिओ। सतगुरां वर दिता। महाराज कहंदे न्याय करोगे राज रहेगा पर जे अन्याय कीता ते ये दिता होया वर असीं शीश दे के राज वापस लै लांगे। ये सच्चे पातशाह जी महाराज पहले स्वरूप च बचन कहे सी गुरु नानक साहब ने। फिर साध संगत जी मेरे साहिब बंदी मोच गुरु हरगोबिंद साहब जी महाराज 52 राजे ग्वालियर की कैद विचों रिहा कराए। मेरे साहिब बंदी मोच धन गुरु गोबिंद सिंह साहब महाराज जदों बहादुर शाह नूं राज दिता ना जेड़े राज सी कैदी कीते पे सी सारे नरंगे ने। महाराज गुरु 10वें पातशाह ने बहादुर शाह नूं कहा सारे जेलों चों रिहा कर। उस समय महाराज की आग्या मन के सारे जेलों चों कढ़ दिते सी जिन्ने होर राजे आदक सीगे। तो महाराज 10वें पातशाह जी भी मेरे साहिब बंदी मोच महाराज जिमें आपने इं बंदियां नूं महाराज रिहा करवाया। सतगुरु इस शरीर दे पिंजरे विचों जदों छुट्टां ते किसे जून विच ना जावां आप दे चरनां विच ही महाराज निवास बख्शिओ क्योंकि महाराज आप तां बंदियां नूं छडाउण वाले हो। महाराज ये हंगता ममता दे बंधनां तो मैनूं छडा लो। वासनावां दीयां पईयां होईयां बेड़ियां तो मुक्त कर दिओ सच्चे पातशाह। किरपा करो महाराज मैनूं छडा लो क्योंकि आप साहिब मालक हो बंदियां नूं छडाउण वाले हो। कतक होवा साध संग। हजूर महीने की समाप्ति करते हुए कहते आ कतक होवे साध संग। जिस कतक दे महीने विच महाराज कहते भाई साधुआं दी संगत हो जावे बिन सह सभे सोच। फिर तां सारियां ही चिंतावां बिनस जाणगियां टुट जाणगियां। सब सोचां जिहड़े मन दे अंदर फुरने चलदे रहिंदे आ ना सतगुरु कहंदे सब फुरने ठहराव विच आ जाणगे। सब सोचां मुक जाणगियां। इको एक सोच वाहिगुरु दा नाम जप के मुक्त होण दी रहेगी कि मुक्त नूं प्राप्त होवां। सच्चे पातशाह कहंदे इह संगत दे करन दा लाहा है। कतक दे महीने विच जिन्हां नूं भाई साधुआं दी संगत प्राप्त हो जांदी है महाराज कहंदे उन्हां दीयां सब चिंतावां सब झोरे सब सोचां जिहड़ियां ओह बिनस जांदियां हन नाश हो जांदियां हन। तो सच्चे पातशाह का प्रकाश गुरपुरब होने के थोड़ा समा वध लगा है। तो बड़ी साध संगत जी क्योंकि ये विशेष करके संगरान दे पुरब ते कथा हुंदी है तो विस्तार तां भावें बहुत आ फिर भी महाराज सच्चे पातशाह कृपा करन थोड़े चों ही बहुता सतगुरु जी बख्शिश करन जो मन धारण कर सके सतगुरां दा अमृत उपदेश। गरीब नवाज सच्चे पातशाह जी रहमत करन। हुईयां भुल्लां महाराज बख्श लैणियां जी। नानक का प्रभ राख ले मेरे साहिब बंदे मोच। कतक होवै साध संग बिन सह सभे सोच। वाहिगुरु जी का खालसा वाहिगुरु जी की फतेह।